ਨਿੱਘਾ ਸਵਾਗਤ ਕਰਦੀ ਹਾਂ। ਸੋ ਵੱਖੋ-ਵੱਖ ਸਿਆਸਤ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਉਹਨਾਂ ਦੇ ਉੱਤੇ ਡੂੰਗੀ ਝਾਤ ਪਾਉਣ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਾਹਿਰ ਮਹਿਮਾਨ ਮਿਸਟਰ ਬਲਜੀਤ ਸਿੰਘ ਮੌਜੂਦ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਚੰਗੇਜ਼ 'ਚ। शुक्रिया, सत श्री अकाल, नमस्कार, आदाब। सर अज असीं शुरू करांगे एक इहो जी अहम खबर तो गलबात, क्योंकि ये जिहड़ी खबर है ना इहो जी है, कहंदे ने कि जदों इलैक्शनां दे दिन आंदे ने ना ते वक्खो-वक्ख व्यक्ति जिहड़े ने अलग-अलग तरह की बयानबाजी दिंदे ने और दर्शकां नूं इन्हां बयानां दे बारे जानना बहुत जरूरी हो जाता है, क्योंकि उन्होंने वोट पाउणी हुंदी है। सो सब तो पहले गल करदे आ श्री अकाल तख्त दे कार्यकारी जथेदार ज्ञानी हरप्रीत सिंह दी, जिन्हां ने यह कहा कि सिख पंथ नूं कमजोर करन वास्ते हमला किया जा रहा है। उन्होंने कहा कि देश के सारे सिखां दे मनां दे अंदर वितकरा पैदा करन दी कोशिश की जा रही है। सो ਇਹੋ ਜਿਹਾ ਬਿਆਨ ਇਹਨਾਂ ਨੇ ਕਿਸ ਕਾਰਨ ਦਿੱਤਾ? एक रोज समागम किया गया श्री अमृतसर साहब विखे। उत्थे ज्ञानी हरप्रीत सिंह जिहड़े कार्यकारी जथेदार ने ਉਹ सरदार प्रकाश सिंह बादल ਜਿਹੜੇ ਕਿ ਇਹਨਾਂ ਦੇ ਬਹੁਤ ਵੱਡੇ ਲੀਡਰ ਨੇ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਔਰ ਹੋਰ ਵੱਡੇ ਨੇਤਾ ਬਲਵਿੰਦਰ ਸਿੰਘ ਭੂੰਦੜ ਵਗੈਰਾ ਉੱਥੇ ਸ਼ਾਮਿਲ ਹੋਏ ਨੇ। ਇਹ ਗੱਲ ਅਸੀਂ ਬਹੁਤ ਪਹਿਲਾਂ ਕਹਿਤੀ ਸੀ ਜੀ, ਕਿਉਂਕਿ ਹੁਣ ਚੋਣਾਂ ਨੇੜੇ ਨੇ, ਹੁਣ ਪੰਥ ਨੂੰ ਖਤਰੇ 'ਚ ਪਾਇਆ ਜਾਏਗਾ। ਉੱਥੇ ਦੇਖੋ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਇੱਕ ਸੇਵਾ ਮੁਕਤ ਜੱਜ ਤੋਂ ਜਿਹੜੀ ਬੇਅਦਬੀ ਹੋਈ ਆ ਉੱਥੇ ਉਹਦੀ ਜਾਂਚ ਕਰਾਉਣੀ ਚਾਹੀਦੀ ਹੈ। ਇਹ ਬੜਾ ਕੁਛ ਇਹਨਾਂ ਨੇ ਕਿਹਾ ਉੱਥੇ ਜੀ। ਜਿਹੜਾ ਸ਼੍ਰੀ ਅਕਾਲ ਤਖਤ ਦਾ ਜਥੇਦਾਰ ਹੈ ਉਹ ਹੁਣ ਇਹਨਾਂ ਦੇ ਬੁਲਾਰੇ ਵਜੋਂ ਕੰਮ ਕਰ ਰਿਹਾ ਜੀ। ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ, ਜਥੇਦਾਰ ਤਾਂ ਮੈਂ ਉਹਨੂੰ ਸਮਝਦਾ ਨਹੀਂ, ਉਹ ਇੱਕ ਤਰ੍ਹਾਂ ਨਾਲ ਦੀ ਕਠਪੁਤਲੀ ਹੈ। ਇਹ ਕਿਸੇ ਨਾ ਕਿਸੇ ਮਸੰਦ ਨੂੰ ਉੱਤੇ ਸ਼ੋਭਿਤ ਕਰ ਦਿੰਦੇ ਨੇ ਜੀ, ਔਰ ਫਿਰ ਰੱਜ ਕੇ ਸ਼੍ਰੀ ਅਕਾਲ ਤਖਤ ਦਾ ਦੁਰਉਪਯੋਗ ਕਰਦੇ ਨੇ ਜੀ। ਇਹ ਜਥੇਦਾਰ ਹੈ ਜਿਹੜਾ, ਇਹ ਹੁਣ ਕਿਉਂਕਿ ਕਠਪੁਤਲੀ ਹੈ ਉਹਨਾਂ ਦੀ ਜੀ, ਤੋ ਇਹ ਵੋਟਾਂ ਮਤਲਬ ਪ੍ਰਭਾਵਿਤ ਕਰਨ ਵਾਸਤੇ ਅਸਿੱਧੇ ਤੌਰ ਤੇ ਪੰਥ ਨੂੰ ਖਤਰੇ 'ਚ ਪਾ ਰਿਹਾ, ਜਦ ਕਿ ਪੰਥ ਨੂੰ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ। ਇਸ ਤਰ੍ਹਾਂ ਦੀਆਂ ਘਟਨਾਵਾਂ ਬੀਤੇ ਸਮੇਂ 'ਚ ਵੀ ਹੋਈਆਂ ਨੇ, ਠੀਕ, ਤੇ ਕੋਈ ਐਡੀ ਗੱਲ ਨਹੀਂ ਗੀ। ਤੇ ਦੂਸਰੀ ਗੱਲ, ਤਹਿਕੀਕਾਤ ਕਰਨ ਦਾ ਮਤਲਬ ਕੀ ਹੈ? ਤੁਸੀਂ ਬੰਦੇ ਨੂੰ ਫੜ ਲਿਆ, ਉਹਨੂੰ ਤੁਸੀਂ ਮਾਰਤਾ, ਉਹਨੇ ਕਿਹਦਾ ਨਾਂ ਲੈ ਲਿਆ ਸੀ? ਮਤਲਬ ਉਹਨੇ ਕਿਹਦਾ ਨਾਂ ਲੈ ਲਿਆ ਸੀ ਕਿ ਮੈਨੂੰ ਫਲਾਣੇ ਨੇ ਭੇਜਿਆ, ਹਨਾ? ਮਤਲਬ ਇਸ ਬਰਬਰੀਅਤ ਨਾਲ ਉਸ ਨੂੰ ਮਾਰਿਆ ਗਿਆ ਜਿਹੜਾ ਕਿ ਸਿੱਖ ਸਿਧਾਂਤਾਂ ਦੇ ਖਿਲਾਫ ਹੈ। ਕਿਸੇ ਬੰਦੇ ਨੂੰ ਤੁਸੀਂ ਪਕੜ ਲਿਆ, ਠੀਕ ਹੈ, ਉਹਨੇ ਜੋ ਵੀ ਮਰਜ਼ੀ ਕੀਤਾ ਜੀ, ਉਹ ਬੇਅਦਬੀ ਕਰਨਾ ਚਾਹੁੰਦਾ ਸੀ। ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਦਾ ਜਵਾਬ ਨਹੀਂ, ਬਿਲਕੁਲ, ਜਿਹੜੇ ਮਤਲਬ ਬਾਕੀ ਉੱਥੇ ਲੋਕ ਮੌਜੂਦ ਨੇ ਉਹਨਾਂ ਦੇ ਵਿੱਚ ਬੜੇ ਦਾਨਿਸ਼ਮੰਦ ਜਿਨ੍ਹਾਂ ਨੇ ਕਿਹਾ ਕਿ ਠੀਕ ਹੈ, ਇਹਨੂੰ ਲੈ ਜਾਓ, ਤੁਸੀਂ ਫੜੋ, ਇਹਨੂੰ ਪੁੱਛ ਪੜਤਾਲ ਕਰੋ, ਇਹਦੀ ਇਹ ਕਿੱਥੋਂ ਆਇਆ ਕਿੱਥੋਂ ਨਹੀਂ। ਇਹਦਾ ਕੀ ਪਤਾ ਹੈ ਕਿ ਉਹ ਬੰਦਾ ਮੰਦਬੁੱਧੀ ਸੀ? ਜੀ ਜੀ, ਬਿਲਕੁਲ। ਉਹਦਾ ਕੀ ਪਤਾ ਕਿ ਉਹ ਪਾਗਲ ਕਿਸਮ ਦਾ ਸੀ ਜਾਂ ਮਾਨਸਿਕ ਤੌਰ ਤੇ ਅਸਥਿਰ ਸੀ? ਤੁਸੀਂ ਫੜ ਲਿਆ, ਉਸਨੂੰ ਟੌਰਚਰ ਕੀਤਾ, ਉਹਨੂੰ ਮਾਰਤਾ, ਕਿੱਧਰਲੀ ਸੂਰਮਗਤੀ ਹੈ? ਬਿਲਕੁਲ, ਜਦੋਂ ਇਹ ਗੱਲ ਹੋਈ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਸੀ ਕਿ ਉਸਨੂੰ ਮਾਰਨਾ ਹੱਲ ਨਹੀਂ ਸੀਗਾ, ਮਾਰ ਕੇ ਜਾਣ ਬੁੱਝ ਕੇ ਸਬੂਤ ਖਤਮ ਕਰ ਦਿੱਤੇ ਗਏ। ਔਰ ਹੁਣ ਹਾਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੈਸੇ ਤਾਂ ਮਤਲਬ ਜੇ ਕੋਈ ਅਦਾਲਤ ਬੁਲਾਉਂਦੀ ਹੈ ਤਾਂ ਬਿਮਾਰ ਹੁੰਦੇ ਨੇ, ਆ ਹੁਣ ਬਾਬੇ ਡਾਂਗ ਵਾਂਗੂ ਖੜਦੇ ਨੇ ਜੀ। ਬਿਲਕੁਲ, ਹੁਣ ਤਾਂ ਇੰਟਰਵਿਊਜ਼ ਵੀ ਦੇ ਰਹੇ ਹੋ। ਇਸ ਮਸੰਦ ਨੂੰ ਅੱਗੇ ਕੀਤਾ ਹੋਇਆ ਕਿ ਤੂੰ ਹੁਣ ਪੰਥ ਨੂੰ ਖਤਰੇ 'ਚ ਪਾ ਜਿਵੇਂ ਕਿਵੇਂ, ਕਿਉਂਕਿ ਸਾਡੀ ਇਹ ਸਿਆਸੀ ਹੋਣ ਦਾ ਸਵਾਲ ਹੈ। ਔਰ ਇਹ ਸਾਰਾ ਜਿਹੜਾ ਕੁਝ ਕੀਤਾ ਜਾ ਰਿਹਾ, ਇਹ ਡਰਾਮਾ ਕੀਤਾ ਜਾ ਰਿਹਾ। ਨਾ ਤਾਂ ਇਹਨਾਂ ਨੂੰ ਕਦੇ ਪੰਥ ਨਾਲ ਕੋਈ ਵਾਸਤਾ ਔਰ ਨਾ ਹੀ ਇਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਦਾ ਕਦੇ ਖਿਆਲ ਰਿਹਾ। ਇਹ ਉਹੀ ਲੋਕ ਨੇ ਜਿਨ੍ਹਾਂ ਬਾਰੇ ਕਹਿੰਦੇ ਆ ਕਿ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਕਰਵਾਉਣ ਵਾਸਤੇ ਇਹਨਾਂ ਦੀ ਸ਼ਮੂਲੀਅਤ ਰਹੀ ਜੀ। ਔਰ ਕਿਉਂਕਿ ਇਹਨਾਂ ਨੇ ਇੱਕ ਬਦਮਾਸ਼ ਬਲਾਤਕਾਰੀ ਬੂਬਨੇ ਨੂੰ ਮਾਫੀਨਾਮਾ ਦਿੱਤਾ, ਉਹਦੇ ਸੰਬੰਧ ਵਿੱਚ ਇਹ ਜਿਹੜਾ ਮਸੰਦ ਆ ਇਹਨਾਂ ਤੋਂ ਕਦੇ ਪੜਤਾਲ ਨਹੀਂ ਕਰਦਾ। 328 ਸਰੂਪ ਜਿਹੜੇ ਸ਼੍ਰੀ ਗੁਰੂ ਆਪਣੇ ਗ੍ਰੰਥ ਸਾਹਿਬ ਦੇ ਚੋਰੀ ਹੋ ਗਏ ਨੇ, ਉਹਨਾਂ ਬਾਰੇ ਇਹ ਮਸੰਦ ਕਦੇ ਸਵਾਲ ਨਹੀਂ ਕਰਦਾ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ 502 ਜਾਂ 3 ਮਤਲਬ ਕਰੀਬ ਜਿਹੜੀਆਂ ਸਾਡੀਆਂ ਹੱਥ ਲਿਖਤਾਂ ਸੀ, ਪੁਰਾਤਨ ਗ੍ਰੰਥ ਸੀਗੇ ਜਿਹੜੇ ਆਪਰੇਸ਼ਨ ਬਲੂ ਸਟਾਰ ਵੇਲੇ ਗਵਰਨਮੈਂਟ ਚੱਕ ਕੇ ਲੈ ਗਈ, ਉਹਨਾਂ ਬਾਰੇ ਇਹਨਾਂ ਕਦੇ ਮੁਤਾਲਬਾ ਨਹੀਂ ਕੀਤਾ, ਉਹਨਾਂ ਬਾਰੇ ਕਦੇ ਵਿਦਰੋਹ ਨਹੀਂ ਕੀਤਾ, ਉਹਨਾਂ ਬਾਰੇ ਕਦੇ ਸੰਗਤ ਨੂੰ ਜਾਗਰੂਕ ਨਹੀਂ ਕੀਤਾ, ਕੋਈ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਮਤਲਬ ਗੱਲ ਇਹ ਹੈ ਕਿ ਇਹ ਕਾਂਗਰਸ ਨੂੰ ਤਾਂ ਭੰਡ ਰਹੇ ਨੇ, ਪਰ ਉਸ ਜਮਾਤ ਨੂੰ ਨਹੀਂ ਭੰਡ ਰਹੇ ਜਿਹੜੀ ਦੇਸ਼ ਨੂੰ ਵੰਡਣ ਤੇ ਤੁਰੀ ਹੋਈ ਹੈ। ਆਪ ਨੂੰ ਯਾਦ ਹੋਵੇਗਾ ਕਿ ਸ਼ੀਤਲ ਪਿੱਛੇ ਜੇ 76 ਸੁਪਰੀਮ ਕੋਰਟ ਦੇ ਵਕੀਲਾਂ ਨੇ ਔਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੇ ਸੇਵਾ ਮੁਕਤ ਦੇਸ਼ ਦੀ ਫੌਜ ਦੇ ਮੁਖੀ, ਉਹਨਾਂ ਨੇ ਸੁਪਰੀਮ ਕੋਰਟ ਨੂੰ, ਪ੍ਰਧਾਨ ਮੰਤਰੀ ਨੂੰ ਔਰ ਸਾਡੇ ਰੱਖਿਆ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਖਤ ਲਿਖਿਆ ਕਿ ਆਹ ਜਿਹੜੀਆਂ ਧਰਮ ਸੰਸਥਾਵਾਂ ਦੇ ਨਾਂ ਦੇ ਉੱਤੇ ਮੁਸਲਮਾਨਾਂ ਨੂੰ ਖਤਮ ਕਰਨ ਵਾਸਤੇ ਇੱਕ ਤਰ੍ਹਾਂ ਨਾਲ ਬਿਆਨ ਦਿੱਤੇ ਜਾ ਰਹੇ ਨੇ, ਇਹਨਾਂ ਲੋਕਾਂ ਨੂੰ ਨੱਥ ਪਾਉਣ ਵਾਸਤੇ ਕੁਝ ਕੀਤਾ ਜਾਵੇ, ਕਿਉਂਕਿ ਦੇਸ਼ ਵਾਸਤੇ ਘਾਤਕ ਹੈ। ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਖਿਲਾਫ ਬੋਲਿਆ ਤੱਕ ਨਹੀਂ। ਜੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਲੜਕੀ ਦਾ ਬਲਾਤਕਾਰ ਹੁੰਦਾ, ਰਾਤ ਨੂੰ ਉਸ ਨੂੰ ਜਲਾ ਦਿੱਤਾ ਜਾਂਦਾ, ਉਹਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਬੋਲਦਾ ਨਹੀਂਗਾ। ਔਰ ਜੋ ਕੁਝ ਇਹ ਕਰ ਰਹੇ ਨੇ
ਉਹਦੇ ਸੰਬੰਧ ਵਿੱਚ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਬੋਲਿਆ ਨਹੀਂਗਾ। ਔਰ ਜਿੱਥੋਂ ਤੱਕ ਕਿਸਾਨ ਅੰਦੋਲਨ ਦਾ ਸਵਾਲ ਆ, ਉਹਦੇ ਤੇ ਹੁਣੇ ਮਗਰਮੱਛ ਦੇ ਹੰਝੂ ਵਹਾ ਰਹੇ ਨੇ ਇਹ ਉਹੀ ਲੋਕ ਨੇ ਜਿਹੜੇ ਇਹਨਾਂ ਬਿੱਲਾਂ ਦਾ, ਇਹਨਾਂ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਨੇ ਔਰ ਇਹਨਾਂ ਦੀਆਂ ਵੀਡੀਓ ਵਾਇਰਲ ਨੇ। ਔਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ 10 ਸਾਲ ਦੇ ਰਾਜਕਾਲ 'ਚ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ। ਹੁਣ ਇਹ ਆਪਣੇ ਆਪ ਨੂੰ ਬੜੇ ਪੰਥ ਪ੍ਰਸਤ ਸਿੱਧ ਕਰਨ ਵਾਸਤੇ ਜਥੇਦਾਰ ਨੂੰ ਅੱਗੇ ਕਰ ਰਹੇ ਨੇ, ਪਰ ਜਥੇਦਾਰ ਜਿਹੜਾ ਉਹ ਜ਼ਮੀਰ ਵੀ ਹੋਣਾ, ਉਹ ਕੋਈ ਉਹਦਾ ਕਿਰਦਾਰ ਨਹੀਂਗਾ। ਮਤਲਬ ਜਿਹੜਾ ਵਿਅਕਤੀ ਇੱਕ ਸਿਆਸੀ ਟੋਲੇ ਦੇ ਮਤਲਬ ਗੁਲਾਮ ਬਣ ਕੇ ਉਹ ਪੰਥ ਨੂੰ ਗੁੰਮਰਾਹ ਕਰ ਰਿਹਾ ਔਰ ਇੱਕ ਅਸਿੱਧੇ ਤਰੀਕੇ ਨਾਲ ਵੋਟਾਂ ਮੰਗ ਰਿਹਾ, ਉਹਦੀ ਮਤਲਬ ਹੈਸੀਅਤ ਕੀ ਹੋ ਸਕਦੀ ਹੈ? ਜੋ ਇਹਨਾਂ ਲੋਕਾਂ ਤੋਂ ਖਬਰਦਾਰ ਹੋਣ ਦੀ ਜ਼ਰੂਰਤ ਹੈ। ਦਰਸ਼ਕਾਂ ਨੂੰ ਖਾਸ ਤੌਰ ਤੇ ਖਬਰਦਾਰ ਹੋਣ ਦੀ ਲੋੜ ਹੈ, ਜਾਣਨ ਦੀ ਲੋੜ ਹੈ ਕਿ ਸੱਚ ਹੈ ਤੇ ਕੀ ਝੂਠ ਹੈ। ਇਹਦੇ ਨਾਲ ਹੀ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ। ਕਾਂਗਰਸ ਪਾਰਟੀ ਦੇ ਵਿੱਚ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਤੇਵਰ ਸਨ ਬੜੇ ਤਿੱਖੇ ਸਨ। ਸੋ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਤੇ ਉਹਨਾਂ ਦੀ ਆਪਣੀ ਪਾਰਟੀ ਦੇ ਆਗੂਆਂ ਨੇ ਵੀ ਉਹਨਾਂ ਦਾ ਕਾਫੀ ਵਿਰੋਧ ਵੀ ਕੀਤਾ। ਪਰ ਅਚਾਨਕ ਕੱਲ ਦੀ ਖਬਰ ਇਹ ਹੈ ਕਿ ਚੋਣ ਪ੍ਰਚਾਰ ਕਮੇਟੀ ਦੀ ਜਿਹੜੀ ਹੈ ਮੀਟਿੰਗ ਇਹਨਾਂ ਦੀ ਹੋਈ ਹੈ, ਉਹਦੇ ਵਿੱਚ ਸੁਨੀਲ ਜਾਖੜ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਚੰਨੀ ਸਾਹਿਬ ਵੀ ਮੌਜੂਦ ਸਨ, ਹਰੀਸ਼ ਰਾਵਤ ਵੀ ਸਨ, ਸਿੱਧੂ ਸਾਹਿਬ ਵੀ ਸਨ ਤੇ ਨਾਲ ਪ੍ਰਗਟ ਸਿੰਘ ਵੀ ਉੱਥੇ ਮੌਜੂਦ ਸਨ। ਪਰ ਹੈਰਾਨੀ ਵਾਲੀ ਗੱਲ ਇਹ ਰਹੀ ਹੈ ਕਿ ਚੰਨੀ ਸਾਹਿਬ ਦੇ ਨਾਲ ਉਹਨਾਂ ਨੇ ਹਰੇਕ ਗੱਲ ਦੇ ਵਿੱਚ ਹਾਂ ਮਿਲਾਈ ਹੈ, ਇੱਥੋਂ ਤੱਕ ਕਿ ਉਹਨਾਂ ਨੇ ਇੱਕ ਦੂਜੇ ਦੀ ਦਿੱਤੀ ਹੋਈ ਹਰੇਕ ਸਲਾਹ ਮਸ਼ਵਰੇ ਦੀ ਵੀ ਤਾਰੀਫ ਕੀਤੀ ਹੈ। ਸਿੱਧੂ ਸਾਹਿਬ ਦੇ ਵਿੱਚ ਇਹੋ ਜਿਹਾ ਬਦਲਾਵ ਇੱਕਦਮ ਆ ਜਾਣਾ, ਇਹਦਾ ਕੀ ਕਾਰਨ ਹੋ ਸਕਦਾ? ਦੇਖੋ, ਗੱਲ ਇਹ ਹੈ ਕਿ ਹਰ ਚੀਜ਼ ਦੀ ਇੰਤਹਾ ਹੁੰਦੀ ਹੈ, ਫਿਰ ਉਹਦਾ ਐਂਟੀ ਕਲਾਈਮੈਕਸ ਆਉਣਾ ਹੀ ਆਉਂਦਾ ਹੁੰਦਾ ਜੀ। ਔਰ ਜਦੋਂ ਤੁਸੀਂ ਕੋਈ ਗੱਲ ਕਿਸੇ ਦੇ ਖਿਲਾਫ ਬੇਤਰਕ ਕਰਦੇ ਹੋ ਜਾਂ ਆਪਣੇ ਆਪ ਨੂੰ ਬਹੁਤ ਵੱਡੇ ਹੀਰੋ ਸਮਝਣ ਦੀ ਕੋਸ਼ਿਸ਼ ਕਰਦੇ ਹੋ ਜਾਂ ਉਹਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਮੈਂ ਕਰੈਕਟ ਕਰ ਦਿਆਂ ਕਿ ਇਹ ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਰ ਰਹੇ ਹੋ ਇਹਦੇ ਵਿੱਚ ਹਰੀਸ਼ ਚੌਧਰੀ ਜੀ, ਹਰੀਸ਼ ਰਾਵਤ ਤਾਂ ਪਹਿਲੇ ਸੀ ਨਾ, ਤਾਂ ਹੋ ਜਾਂਦੀ ਹੈ ਕਦੇ ਕਦੇ ਇਸ ਤਰ੍ਹਾਂ ਦੀ ਉਕਾਈ। ਦੂਸਰੀ ਗੱਲ ਇਹ ਹੈ ਕਿ ਮੈਨੂੰ ਇਵੇਂ ਲੱਗਦਾ ਕਿ ਪਿੱਛੇ ਜੇ ਸ਼ੀਤਲ ਜਿਹੜੇ ਕੈਬਨਿਟ ਮੰਤਰੀ ਨੇ ਆਸ਼ੂਤੋਸ਼, ਉਹਨਾਂ ਦਾ ਇੱਕ ਬਿਆਨ ਆਇਆ ਸੀ ਔਰ ਉਹ ਬੜਾ ਸਖਤ ਬਿਆਨ ਸੀ ਜਿਹੜਾ ਤਕਰੀਬਨ ਪੰਜਾਬ ਦੇ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਮੁੱਖ ਸਫ਼ੇ ਤੇ ਛਾਪਿਆ, ਅੰਗਰੇਜ਼ੀ ਅਖਬਾਰਾਂ 'ਚ ਵੀ ਛਪਿਆ ਔਰ ਉਹਨਾਂ ਨੇ ਬੜੇ ਕਰੜੇ ਸ਼ਬਦਾਂ ਵਿੱਚ ਇਹ ਗੱਲ ਕਹੀ ਕਿ ਇਹ ਬੰਦਾ ਕਾਂਗਰਸ ਦੀ ਹਰ ਨੀਤੀ ਨੂੰ ਭੰਡਦਾ, ਮੁੱਖ ਮੰਤਰੀ ਦੀ ਆਲੋਚਨਾ ਕਰਦਾ, ਆਪਣੇ ਆਪ ਨੂੰ ਇਮਾਨਦਾਰ ਕਹਿੰਦਾ, ਬਾਕੀ ਸਾਰੇ ਬੇਈਮਾਨ ਨੇ। ਮਤਲਬ ਇਹਨੂੰ ਕਿਹਨੇ ਸਰਟੀਫਿਕੇਟ ਦਿੱਤਾ ਇਮਾਨਦਾਰੀ ਦਾ? ਔਰ ਇਹ ਜਿੱਥੇ ਵੀ ਜਾਂਦਾ ਇਹ ਸਰਕਾਰ ਦੀ ਮਤਲਬ ਨੁਕਤਾਚੀਨੀ ਕਰਦਾ ਔਰ ਬਹੁਤ ਮਤਲਬ ਜ਼ਿਆਦਾ ਬੋਲਦਾ ਹੈ, ਇਹਨੂੰ ਪਤਾ ਨਹੀਂ ਬੋਲਣਾ ਕੀ ਹੈ ਕਿ ਕੀ ਨਹੀਂ ਬੋਲਣਾ। ਇਹੀ ਸਰਕਾਰ ਮਤਲਬ ਇਹ ਜਿਹੜੀ ਕਾਂਗਰਸ ਆ ਉਹਨੂੰ ਕਮਜ਼ੋਰ ਕਰਨ ਤੇ ਤੁਲਿਆ ਹੋਇਆ। ਇਹਦਾ ਮਨੋਰਥ ਤੇ ਮਤਲਬ ਇਹਦੀ ਕੀ ਮਨਸ਼ਾ ਕੀ ਹੋ ਸਕਦੀ ਹੈ, ਮਨਸ਼ਾ ਕੀ ਹੈ, ਇਹਦੀ ਰਣਨੀਤੀ ਕੀ ਹੈ, ਕੋਈ ਸਮਝ ਨਹੀਂ ਆ ਰਹੀ ਔਰ ਕੋਈ ਵਿਅਕਤੀ ਨਹੀਂ ਜਿਹਦੀ ਇਹ ਆਲੋਚਨਾ ਨਹੀਂ ਕਰਦਾ। ਹੁਣ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਮੰਤਰੀ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਭਾਈ ਤੂੰ ਆਪਣੇ ਆਪ ਨੂੰ ਜੇ ਕਹਿਣਾ ਇਮਾਨਦਾਰ ਹੈ ਤਾਂ ਬਾਕੀ ਭ੍ਰਿਸ਼ਟ ਕਿਰਦਾਰ ਨਹੀਂ ਹੈਗੇ ਆ। ਔਰ ਦੂਸਰੀ ਗੱਲ ਇਹ ਹੈਗੀ ਕਿ ਜੇ ਤੂੰ ਇਹ ਕਹਿਣਾ ਹਰ ਵਾਰੀ ਮੈਂ ਗ੍ਰਹਿ ਮੰਤਰੀ ਹੁੰਦਾ, ਮੈਂ ਉਹ ਹੁੰਦਾ, ਤੇ ਤੂੰ ਗ੍ਰਹਿ ਮੰਤਰੀ ਬਣ ਜਾ, ਆ ਮੈਂ ਤੇਰੇ ਕੋਲੇ ਰੱਖ ਦਿੰਦਾ, ਤੂੰ ਲੈ ਲਾ ਮੇਰੇ ਤੋਂ ਮਹਿਕਮਾ ਇਹ। ਤੂੰ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਇਸ ਤੋਂ ਬਾਅਦ ਜਦੋਂ ਇੱਕ ਤੋਂ ਬਾਅਦ ਇੱਕ ਕੈਬਨਿਟ ਮੰਤਰੀ ਚੰਨੀ ਸਰਕਾਰ ਦੇ ਨੇ ਸਿੱਧੂ ਦੀ ਯਾਨੀ ਠੋਕੋਤਾਲੀ ਦੀ ਆਲੋਚਨਾ ਸ਼ੁਰੂ ਕਰਤੀ ਤਾਂ ਇਹ ਗੱਲ ਹਾਈ ਕਮਾਂਡ ਤੱਕ ਪਹੁੰਚੀ ਹੋਏਗੀ। ਉਹਨਾਂ ਨੇ ਫਿਰ ਮੈਨੂੰ ਲੱਗਦਾ ਇਹਦੀ ਬਾਂਹ ਮਰੋੜੀ ਹੈ। ਅਦਰਵਾਈਜ਼ ਇਹ ਜਿਹੜਾ ਇਹਦਾ ਤਾਜ਼ਾ ਬਿਆਨ ਹੈ ਕਿ ਜੀ ਹੁਣ ਸਾਰਾ ਕੁਝ ਠੀਕ ਹੋ ਰਿਹਾ ਹੈ, ਯਾਨੀ ਉਹ ਮੀਟਿੰਗ ਦੇ ਵਿੱਚ ਜਿੱਥੇ ਜਿਹੜੀ ਮੀਟਿੰਗ ਹੋਈ ਹੈ, ਸੁਨੀਲ ਜਾਖੜ ਜਿਹੜੇ ਚੋਣ ਪ੍ਰਚਾਰ ਕਮੇਟੀ ਦੇ ਪ੍ਰਮੁੱਖ ਨੇ ਉਹ ਵੀ ਸੀਗੇ, ਹਰੀਸ਼ ਚੌਧਰੀ ਵੀ ਸੀਗੇ ਜਿਹੜੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੇ, ਇਹ ਵੀ ਸੀਗਾ, ਚਰਨਜੀਤ ਚੰਨੀ ਵੀ ਸੀਗੇ। ਬੜੇ ਅਖਬਾਰਾਂ ਨੇ ਕਿਹਾ ਕਿ ਬੜੇ ਖੁਸ਼ਗਵਾਰ ਮਾਹੌਲ 'ਚ ਹੋਈ ਆ ਔਰ ਇਵੇਂ ਲੱਗਦਾ ਕਿ ਦੋਨਾਂ ਜਮਾਨ ਐਵੇਂ ਲੱਗ ਰਿਹਾ ਸੀਗਾ ਕਿ ਪੂਰੀ ਪਾਰਟੀ ਦੇ ਹਾਲਾਤ ਹੁਣ ਸੁਧਰ ਜਾਣਗੇ। ਪਰ ਇੱਕ ਮੈਂ ਤੁਹਾਨੂੰ ਦੱਸਦਾ, ਰੱਸੀ ਸੜ ਜਾਂਦੀ ਹੈ ਪਰ ਵੱਟ ਨਹੀਂ ਜਾਂਦਾ ਹੁੰਦਾ। ਇਹ ਬੰਦਾ ਨਾ ਜਿਹੜਾ, ਕਿਉਂਕਿ ਇਹ ਆਪਣੇ ਆਪ ਨੂੰ ਪੰਜਾਬ ਦੇ ਭਾਵੀ ਮੁੱਖ ਮੰਤਰੀ ਵਜੋਂ ਪ੍ਰਚਾਰ ਰਿਹਾ, ਇਹ ਸਿੱਧੇ ਤੌਰ ਤੇ ਪ੍ਰਚਾਰੇ ਕਿ ਅਸਿੱਧੇ ਤੌਰ ਤੇ ਪ੍ਰਚਾਰੇ। ਜਿੱਦਣ ਇਹਨੂੰ ਇਹ ਲੱਗਿਆ ਨਾ ਕਿ ਮੇਰੀ ਸਾਖ ਕਮਜ਼ੋਰ ਹੋ ਰਹੀ ਆ ਹੋਰ ਔਰ ਮੈਨੂੰ ਹੁਣ ਬੋਲਣ ਤੇ ਵੀ ਪਾਬੰਦੀ ਲਾਈ ਗਈ ਹੈ ਔਰ ਮੈਨੂੰ ਜਬਰਨ ਮਤਲਬ ਇਸ ਤਰ੍ਹਾਂ ਦੀ ਇਕਜੁੱਟਤਾ ਦਾ ਇਜ਼ਹਾਰ ਕਰਨਾ ਪੈ ਰਿਹਾ, ਤਾਂ ਇਹ ਬੰਦਾ ਬੋਲਣੋਂ ਨਹੀਂ ਰਹਿ ਸਕਦਾ। ਕਿਉਂਕਿ ਇਹਨੂੰ ਇਹ ਪਤਾ ਕਿ ਜੇ ਐਤਕੀ ਖੁੰਝ ਗਿਆ ਇਹ, ਜੇ ਮੰਨ ਲਓ ਕਾਂਗਰਸ ਸੱਤਾ ਚਾਹੁੰਦੀ ਹੈ ਯਾਨੀ ਪਾਵਰ ਚਾਹੁੰਦੀ ਆ, ਬਹੁਮਤ ਮਿਲਦਾ, ਤਾਂ ਉਸ ਵੇਲੇ ਇਹਦਾ ਪੂਰਾ ਜ਼ੋਰ ਰਹੇਗਾ ਕਿ ਇਹ ਮੁੱਖ ਮੰਤਰੀ ਦੀ ਕੁਰਸੀ ਤੇ ਪਥਾਲਾ ਮਾਰ ਕੇ ਬਹਿ ਗਏ, ਹੈ ਨਾ। ਲੇਕਿਨ ਹਾਲਾਤ ਪੰਜਾਬ ਦੇ ਜੋ ਹਨ ਉਹ ਇਸ ਤਰ੍ਹਾਂ ਦੇ ਨੇ ਕਿ ਚਰਨਜੀਤ ਸਿੰਘ ਚੰਨੀ ਵੀ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਲੋਕਾਂ ਨੂੰ ਜਵਾਬਦੇਹ ਹੋ ਗਏ ਨੇ ਹੁਣ ਜੀ। ਉਹਦਾ ਕਾਰਨ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸਭ ਤੋਂ ਮਤਲਬ ਕਹਿ ਲਓ ਫਿੱਟ ਲਾਹਣਤ ਹੋ ਰਹੀ ਹੈ, ਉਹ ਇਸ ਗੱਲ ਤੇ ਹੋ ਰਹੀ ਹੈ ਕਿ 30,000 ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਜਿਹੜਾ ਉਹਨਾਂ ਨੇ ਗਵਰਨਰ ਤੇ ਇਲਜ਼ਾਮ ਲਾਇਆ ਸੀ ਕਿ ਜੀ ਗਵਰਨਰ ਸਾਹਿਬ ਫਾਈਲ ਨੱਪ ਕੇ ਬਹਿ ਗਏ ਨੇ ਤੇ ਉਹ ਸਾਡੀ ਸੁਣਦੇ ਨਹੀਂ ਤੇ ਮੈਂ ਧਰਨਾ ਦੂੰਗਾ, ਤੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਇੱਕ ਬਿਆਨ ਆਇਆ, ਅਧਿਕਾਰਤ ਤੌਰ ਤੇ ਬਿਆਨ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕਿਹਾ
ਕਿ ਇਹ ਬਿਲਕੁਲ ਗੁੰਮਰਾਹਕੁਨ ਪ੍ਰਚਾਰ ਹੈ। ਉਹ ਜਿਹੜੀ ਫਾਈਲ ਆ ਉਹਦੇ ਤੇ 6 ਅਸੀਂ ਕੁਐਰੀਜ਼ ਲਾਈਆਂ ਨੇ ਜੀ, ਔਰ ਉਹ 6 ਕੁਐਰੀਜ਼ ਦਾ ਇਹਨਾਂ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਹੈ ਨਾ। ਔਰ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਹੈ ਉਹਦੇ 'ਚ ਕਈ ਖਾਮੀਆਂ ਨੇ, ਕਿਉਂਕਿ ਉਹਦੇ ਸਬੰਧ ਵਿੱਚ ਕਈ ਮੱਦਾਂ ਅਦਾਲਤ ਦੀ ਵਿੱਚ ਅਜੇ ਵੀ ਪਈਆਂ ਹੋਈਆਂ ਨੇ, ਔਰ ਉਹ ਮਸਲੇ ਚੱਲ ਰਹੇ, ਜਿਹਦੇ 'ਚ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਸਰਕਾਰ ਕਰਨਾਟਕਾ ਦੀ ਬਨਾਮ ਉਮਾ ਦੇਵੀ ਇੱਕ ਜਿਹੜਾ ਹੈ ਫੈਸਲਾ ਹੈ, ਉਹਦੀ ਰੌਸ਼ਨੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਹ ਸਾਨੂੰ ਸਪਸ਼ਟੀਕਰਨ ਚਾਹੀਦੇ ਨੇ। ਔਰ ਦੂਜੀ ਗੱਲ ਉਹਨਾਂ ਨੇ ਇਹ ਵੀ ਬੜੀ ਅਹਿਮ ਸਵਾਲ ਕੀਤਾ ਹੈ ਕਿ ਜਿਹੜਾ ਸਰੋਤ ਇਹਦਾ ਹੈ 900 ਮਤਲਬ ਕੁਛ 948 ਕਰੋੜ ਦੇ ਲਗਭਗ ਜਿਹੜਾ ਹੈ ਖਰਚ ਕੀਤਾ ਜਾਵੇਗਾ ਜੇ ਤੁਸੀਂ 30,000 ਮੁਲਾਜ਼ਮਾਂ ਨੂੰ ਪੱਕੇ ਕਰਦੇ ਹੋ। ਔਰ ਉਸ ਤੋਂ ਇਲਾਵਾ ਜਿਹੜੇ ਗੈਰ ਸਰਕਾਰੀ ਮਹਿਕਮਿਆਂ ਦੇ ਜਾਂ ਕਾਰਪੋਰੇਸ਼ਨਾਂ ਦੇ ਉਹਦੇ ਤੇ 11 ਕਰੋੜ ਰੁਪਈਆ ਜਿਹੜਾ ਹੈ ਹਨਾ, ਉਹ ਤੁਹਾਨੂੰ 1100 ਕਰੋੜ ਰੁਪਈਆ, ਉਧਰ 974 ਕਰੋੜ ਰੁਪਈਆ ਜਿਹੜੇ ਸਰਕਾਰੀ ਮੁਲਾਜ਼ਮ ਨੇ। ਤਾਂ ਇੰਨਾ ਪੈਸਾ ਕਿਸ ਸਰੋਤ ਤੋਂ ਜੁਟਾਇਆ ਜਾਏਗਾ? ਔਰ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਜਦੋਂ ਬਹੁਤ ਸਾਰੇ ਇਹੋ ਜਿਹੇ ਬਿੱਲ ਨਾਲ ਸੰਬੰਧਿਤ ਜਿਹੜੇ ਮੁਕੱਦਮੇ ਨੇ ਉਹ ਅਦਾਲਤਾਂ 'ਚ ਪਏ ਨੇ ਤੇ ਉਹਨਾਂ ਬਾਰੇ ਵੀ ਸਾਨੂੰ ਦੱਸੋ ਕਿ ਕੀ ਹੈ। ਔਰ ਫਿਰ ਬਿੱਲ ਹੈ ਜਿਹੜਾ ਇਹਦੇ ਕਈ ਸਰੂਪ ਬਦਲੇ ਨੇ, ਉਹਨਾਂ ਸਰੂਪਾਂ ਬਾਰੇ ਵੀ ਮਤਲਬ ਤੁਹਾਨੂੰ ਸਾਨੂੰ ਵਿਸਥਾਰਤ ਰੂਪ ਵਿੱਚ ਦੱਸਣਾ ਚਾਹੀਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਹੁਣ ਇਹਦਾ ਮਤਲਬ ਇਹ ਹੈ ਕਿ ਚੰਨੀ ਵੀ, ਜੇ ਚੰਨੀ ਜੀ ਨੂੰ ਇਹ ਪਤਾ ਸੀ ਕਿ 30,000 ਜਿਹੜੇ ਮੁਲਾਜ਼ਮ ਨੇ ਉਹ ਪੱਕੇ ਨਹੀਂ ਹੋਏ ਤੇ ਅਜੇ ਇਹ ਮਤਲਬ ਕਿਸੇ ਵੀ ਪਾਸੇ ਮਤਲਬ ਇਹਦੇ ਤੇ ਅਮਲ ਦਰਾਮਦ ਨਹੀਂ ਹੋਇਆ, ਤੇ ਫਿਰ ਵੱਡਕਾਰੀ ਹੋਰਡਿੰਗਸ ਲਾਉਣ ਦੀ ਕੀ ਲੋੜ ਸੀ? ਇਹਦਾ ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੇ ਹੋ, ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ। ਔਰ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਜੀ ਜਿਹੜਾ ਰੇਤਾ ਉਹਦਾ ਭਾਅ ਫਿਕਸ ਕਰਤਾ 5 ਰੁਪਏ ਘਣ ਫੁੱਟ, ਔਰ ਤੁਹਾਡਾ ਆਪਣਾ ਹੀ ਪ੍ਰਧਾਨ ਕਹੀ ਜਾਂਦਾ ਕਿ 3700 ਰੁਪਏ ਦੀ ਟਰਾਲੀ ਮਿਲਦੀ ਹੈ, ਔਰ ਫਿਰ ਬੋਰਡਾਂ ਦੇ ਉੱਤੇ ਲਿਖਿਆ ਹੋਇਆ ਤੁਸੀਂ। ਔਰ ਗੱਲ ਇਹ ਹੈਗੀ ਹੈ ਕਿ ਤੁਸੀਂ ਇਹ ਨਾ ਸਮਝੋ ਕਿ ਸੱਤਾ ਹਾਸਲ ਕਰਨ ਵਾਸਤੇ ਤੁਸੀਂ ਕੋਈ ਵੀ ਝੂਠ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹੋ। ਔਰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਸਿਰਫ ਇਸ਼ਤਿਹਾਰਬਾਜ਼ੀ ਦੇ ਸਿਰ ਤੇ ਹੀ ਅਸੀਂ ਸੱਤਾ ਹਾਸਲ ਕਰ ਲਵਾਂਗੇ। ਔਰ ਦੇਖੋ ਨਾ, ਹਰ ਰੋਜ਼ ਅਖਬਾਰਾਂ ਦੇ ਵਿੱਚ 1 ਪੇਜ ਦਾ ਨਹੀਂ, ਹੁਣ 2 ਪੇਜ ਦਾ ਆਉਣ ਲੱਗ ਗਿਆ ਇਸ਼ਤਿਹਾਰ। ਮਤਲਬ ਚੰਨੀ ਜੀ ਕੀ ਸਮਝਦੇ ਆ ਕਿ ਲੋਕਾਂ ਨੂੰ ਸਿਰਫ ਪ੍ਰਚਾਰ ਨਾਲ ਮੂਰਖ ਬਣਾਇਆ ਜਾ ਸਕਦਾ ਜਾਂ ਉਹਨਾਂ ਨੂੰ ਪ੍ਰਚਾਰ ਨਾਲ ਵਰਗਲਾਇਆ ਜਾ ਸਕਦਾ? ਲੋਕ ਦਿਮਾਗ ਰੱਖਦੇ ਨੇ, ਜੇ ਕਿਤੇ ਕੋਈ ਵਿਕਾਸ ਹੋਊਗਾ, ਉન્નਤੀ ਹੋਊਗੀ, ਉਹ ਅੰਨਿਆਂ ਨੂੰ ਵੀ ਦਿਸੂਗੀ, ਔਰ ਲੋਕਾਂ ਦੇ ਚਿਹਰਿਆਂ ਦੇ ਉੱਤੇ ਉਹੋ ਜਿਹੀ ਰੌਣਕ ਹੋਊਗੀ ਜੇਕਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਹੈ ਉન્નਤੀ ਹੋਊਗੀ। ਔਰ ਵੈਸੇ ਵੀ ਸਰ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਇਸ਼ਤਿਹਾਰਬਾਜ਼ੀ ਦੇ ਉੱਤੇ ਸਰਕਾਰ ਇੰਨਾ ਕੁ ਪੈਸਾ ਅੱਜ ਕੱਲ੍ਹ ਲਗਾ ਰਹੀ ਹੈ, ਜੇਕਰ ਉਹੀ ਅਧਿਆਪਕ ਜਿਹੜੇ ਕੱਚੇ ਇਹਨਾਂ ਦੇ ਘਰਾਂ ਦੇ ਬਾਹਰ ਬੈਠੇ ਨੇ ਧਰਨਾ ਦੇ ਰਹੇ ਨੇ, ਜੋ ਉਹਨਾਂ ਨੂੰ ਪੱਕਾ ਕਰਨਾ ਸ਼ੁਰੂ ਕਰ ਦੇਣ ਤੇ ਉਹ ਪੈਸਾ ਸਹੀ ਜਗ੍ਹਾ ਤੇ ਜਿਹੜਾ ਲੱਗਣਾ ਸ਼ੁਰੂ ਹੋ ਜਾਏਗਾ। ਦੇਖੋ, ਸਿਆਸਤ ਵਿੱਚ ਕੋਈ ਭਲਾ ਮਾਨਸ ਨਹੀਂ ਹੁੰਦਾ, ਉਹ ਚੰਨੀ ਹੋਵੇ, ਉਹ ਮੰਨੀ ਹੋਵੇ, ਉਹ ਘੰਨੀ ਹੋਵੇ, ਉਹ ਜਿਹੜਾ ਮਰਜ਼ੀ ਹੋਵੇ। ਸਿਆਸਤ ਦੇ ਵਿੱਚ ਇੰਨਾ ਕੀ ਹੁੰਦਾ ਕਿ ਕੋਈ ਵੱਡਾ ਚੋਰ ਹੈ, ਕੋਈ ਉਦੋਂ ਵੱਡਾ ਡਕੈਤ ਹੈ, ਕੋਈ ਘੱਟ ਹੈ, ਕੋਈ ਉਦੋਂ ਛੋਟਾ, ਕੋਈ ਉਦੋਂ ਛੋਟਾ, ਇਹਨਾਂ ਦੇ ਲੈਵਲ ਹੋ ਸਕਦੇ ਨੇ ਉੱਪਰ ਥੱਲੇ। ਹਾਂ, ਕੋਈ ਨਿਮਨ ਵਰਗ ਦਾ ਚੋਰ ਹੈ, ਮਤਲਬ ਇਹ ਸ਼੍ਰੇਣੀਆਂ ਹੁੰਦੀਆਂ ਨੇ। ਪਰ ਜੇ ਕੋਈ ਸਿਆਸਤ 'ਚ ਇਹ ਆ ਕੇ ਕਹਿੰਦਾ ਨਾ ਮੈਂ ਇਮਾਨਦਾਰ ਹਾਂ ਤੇ ਮੇਰੇ ਵਰਗਾ ਇਮਾਨਦਾਰ ਜੰਮਿਆ ਨਹੀਂ, ਉਹਦੇ ਵਰਗਾ ਬੇਈਮਾਨ ਕੋਈ ਨਹੀਂ। ਬਿਲਕੁਲ, ਉਹਨੂੰ ਤਾਂ ਇਮਾਨਦਾਰੀ ਦੀ ਪਰਿਭਾਸ਼ਾ ਵੀ ਨਹੀਂ ਪਤਾ ਹੋਣੀ। ਇਹਦੇ ਨਾਲ ਹੀ ਸਰ ਗੱਲ ਕਰਦੇ ਪਏ ਸੀ ਤੁਸੀਂ ਕਿ ਨਵਜੋਤ ਸਿੱਧੂ ਦੇ ਉੱਤੇ ਸ਼ਾਇਦ ਹੋ ਸਕਦਾ ਕਿ ਹਾਈਕਮਾਨ ਨੇ ਥੋੜੀ ਬਹੁਤ ਫਟਕਾਰ ਲਗਾਈ ਹੋਵੇ। ਉਸ ਫਟਕਾਰ ਦਾ ਇੰਨਾ ਅਸਰ ਹੈ ਕਿ ਇੱਕ ਰੈਲੀ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਵੀ ਬਿਆਨ ਦਿੱਤਾ ਹੈ ਕਿ 72 ਸਾਲਾਂ ਬਾਅਦ ਇੱਕ ਦਲਿਤ ਨੂੰ ਜਿਹੜਾ ਹੈ ਮੁੱਖ ਮੰਤਰੀ ਬਣਾ ਕੇ ਕਾਂਗਰਸ ਸਰਕਾਰ ਨੇ ਬਹੁਤ ਵੱਡਾ ਕੰਮ ਕੀਤਾ, ਔਰ ਚੰਨੀ ਸਾਹਿਬ ਨੇ ਤੇ 90 ਦਿਨਾਂ ਦੇ ਵਿੱਚ ਪੰਜਾਬ ਦੀ ਨੁਹਾਰ ਬਦਲ ਦਿੱਤੀ। ਇਹ ਪ੍ਰਾਪਤੀ ਹੈ ਕਿ ਨਾਕਾਮੀ ਹੈ ਜੀ ਕਿ 72 ਸਾਲ ਲੱਗ ਗਏ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ 'ਚ? ਮਤਲਬ ਇਹ ਕਿਹੜੀ ਮਹਾਨਤਾ ਬਈ? ਇਹ ਤਾਂ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਸੀ। ਔਰ ਫਿਰ ਇਹਦਾ ਮਤਲਬ ਇਹ ਹੈ ਕਿ ਮਹਾਤਮਾ ਗਾਂਧੀ ਨੇ ਜੋ ਕੀਤਾ ਉਹ ਤਾਂ ਤੁਸੀਂ ਪਾਣੀ ਫੇਰਦੇ ਰਹੇ ਹਮੇਸ਼ਾ। ਜੀ, ਜਿਹੜੀਆਂ ਸ਼੍ਰੇਣੀਆਂ ਵਾਸਤੇ ਉਹਨਾਂ ਨੇ ਆਵਾਜ਼ ਉਠਾਈ ਉਹਨਾਂ ਦੇ ਮਤਲਬ ਤੁਸੀਂ ਖਿਲਾਫ ਜਾਂਦੇ ਰਹੇ। ਮਤਲਬ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਨ ਵਾਸਤੇ 72 ਸਾਲ ਜੱਦੋ ਜਹਿਦ ਕਰਨੀ ਪਈ। ਮਤਲਬ ਇਹ ਕਿਹੜੀ ਜੀ ਪ੍ਰਾਪਤੀ ਹੈ? ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਉਹੀ ਬੰਦਾ ਜਿਹੜਾ ਲੋਲੀਪੌਪਸ ਦੀ ਗੱਲ ਕਰਦਾ ਸੀ ਜੀ, ਜਿਹੜਾ ਕਹਿੰਦਾ ਸੀਗਾ ਕਿ ਤੁਸੀਂ ਲੋਕਾਂ ਨੂੰ ਐਂ ਕਰਕੇ ਮੂਰਖ ਨਹੀਂ ਬਣਾ ਸਕਦੇ, ਤੁਸੀਂ ਰੋਜ਼ ਲੋਲੀਪੌਪ ਫੜਾ ਦਿੰਦੇ ਹੋ ਕੋਈ ਨਾ ਕੋਈ। ਤੇ ਹੁਣ ਉਹ ਲੋਲੀਪੌਪ ਕੀ, ਹੁਣ ਇਹ ਜੇ 100 ਦਿਨਾਂ 'ਚ ਕੀ ਕੀਤਾ, 100 ਦਿਨਾਂ 'ਚ ਲੋਲੀਪੌਪ ਹੀ ਫੜਾਏ ਆ ਇਹਦੇ ਹਿਸਾਬ ਨਾਲ। ਤਾਂ ਫਿਰ ਇੱਕਦਮ 100ਵੇਂ ਦਿਨ ਦੇ ਵਿੱਚ ਜਾ ਕੇ ਉਹ ਲੋਲੀਪੌਪ ਕਿਵੇਂ ਬਦਲ ਸਕਦੇ? ਹਾਂ, ਹੁਣ ਉਹ ਲੋਲੀਪੌਪ ਕੀ ਹੋ ਗਏ? ਮਤਲਬ ਹੁਣ ਇਹ ਹੋ ਗਿਆ ਕਿ ਉਹ ਬਹੁਤ ਵੱਡੇ ਫਾਇਦੇ ਨੇ, ਮਤਲਬ ਉਹ ਸਦੀਵੀ ਲਾਭ ਨੇ ਜਿਹੜੇ ਮਿਲਦੇ ਰਹਿਣਗੇ। ਮਤਲਬ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਹੁਣ ਤੁਸੀਂ ਇੱਥੇ ਦੇਖੋ। ਇਹ ਬੰਦਾ ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ, ਜਿਹੜਾ ਨੀਤੀ ਦੀ ਗੱਲ ਕਰਦਾ, ਜਿਹੜਾ ਇਹ ਕਹਿੰਦਾ ਵੀ ਮੈਂ ਜੋ ਕਹਿਣਾ ਉਸ ਤੋਂ ਮੈਂ ਮੁੱਕਰਦਾ ਨਹੀਂ, ਭੱਜਦਾ ਨਹੀਂ, ਮੈਂ ਡਰਦਾ ਨਹੀਂ, ਤੇ ਹੁਣ ਬਿਆਨ ਬਦਲ ਗਿਆ ਹੈ ਜੀ। ਬਿਲਕੁਲ, ਹੁਣ ਜਿਹੜੇ ਚੰਨੀ ਦੇ ਇਹ ਮਗਰ ਪੁੱਛਰੀ ਢਾਂਡੀ ਵਾਂਗੂ ਪਿਆ ਸੀਗਾ ਤਾਂ ਉਹਦੀਆਂ ਹੁਣ ਇਹ ਤਾਰੀਫਾਂ ਕਰੀ ਜਾਂਦਾ। ਮਤਲਬ ਇੱਥੋਂ ਕੀ ਸਮਝਿਆ ਜਾਵੇ? ਇੱਥੋਂ ਇਹ ਸਮਝਿਆ ਜਾਵੇ ਕਿ ਜਦੋਂ ਕੋਈ ਇਹਦਾ ਕੰਨ ਮਰੋੜ ਦਿੰਦਾ ਉਦੋਂ ਇਹ
ਜਿਹੜੇ ਕੰਨ ਮਰੋੜਦੇ ਆ ਉਹਨਾਂ ਦੇ ਮੁਤਾਬਕ ਬੋਲਣ ਲੱਗ ਜਾਂਦਾ। ਮੇਰੇ ਖਿਆਲ ਨਾਲ ਜਦੋਂ ਕੋਈ ਇਹਨਾਂ ਦਾ ਕੰਨ ਮਰੋੜਦਾ ਨਾਲ ਹੀ ਇਹ ਯੂ ਟਰਨ ਲੈ ਲੈਂਦੇ ਨੇ। ਉਹੀ ਹੈ, ਹੁਣ ਯੂ ਟਰਨ ਹੀ ਲਈ ਹੈ ਨਾ। ਹੁਣ ਇਹ ਗੱਲ ਮੈਨੂੰ ਅੱਜ ਇਹਨਾਂ ਦੇ ਬਿਆਨ ਦੀ ਸਮਝ ਨਹੀਂ ਆ ਰਹੀ ਕਿ 72 ਸਾਲਾਂ ਬਾਅਦ ਜੀ ਇੱਕ ਦਲਿਤ ਮੁੱਖ ਮੰਤਰੀ ਬਣ ਵੀ ਗਿਆ। ਮੈਨੂੰ ਇਹ ਸਮਝ ਨਹੀਂ ਆਉਂਦੀ, ਇਹ ਅਚੀਵਮੈਂਟ ਹੈ, ਇਹ ਪ੍ਰਾਪਤੀ ਹੈ ਕਿ ਜਾਂ ਫਿਰ ਇਹ ਪਤਾ ਲੱਗਦਾ ਕਿ ਅਸੀਂ ਹਜੇ ਵੀ ਕਿੰਨੇ ਪਿੱਛੇ ਆ। ਤਾਂ ਗੱਲ ਇਹ ਤਾਂ ਬਹੁਤ ਵੱਡੀ ਬੇਇਨਸਾਫੀ ਹੈ ਕਿ ਤੁਸੀਂ 72 ਸਾਲਾਂ ਬਾਅਦ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਲਈ ਮਜਬੂਰ ਹੋਏ ਹੋ। ਜੀ ਬਿਲਕੁਲ ਬਿਲਕੁਲ। ਉਹਦਾ ਕਾਰਨ ਹੈ ਕਿਉਂਕਿ ਤੁਹਾਨੂੰ ਇਹ ਲੱਗਦਾ ਸੀ ਕਿ ਹੁਣ ਜਦੋਂ BSP ਦਾ ਸਮਝੌਤਾ ਬਾਦਲਾਂ ਨਾਲ ਹੋ ਗਿਆ ਤਾਂ ਹੋ ਸਕਦਾ ਹੈ ਕਿ BSP ਵੱਲ ਜਿਹੜਾ ਦਲਿਤ ਵੋਟ ਬੈਂਕ ਆ ਉਲਟ ਚਲਿਆ ਜਾਵੇ। ਬਿਲਕੁਲ। ਔਰ ਇਹ ਗੇਮ ਖੇਡੀ ਗਈ ਹੈ। ਹਾਂ, ਗੱਲ ਤਾਂ ਫੇਰ ਹੈ ਕਿ ਜੇ ਮੁੱਖ ਮੰਤਰੀ ਨੂੰ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਜਾਵੇ। ਜੀ ਬਿਲਕੁਲ। ਫਿਰ ਤਾਂ ਕੋਈ ਗੱਲ ਸਮਝ ਆਉਂਦੀ ਹੈ, ਫਿਰ ਤਾਂ ਗੱਲ ਵੀ ਸਮਝ ਆਉਂਦੀ ਹੈ ਔਰ ਪਤਾ ਲੱਗਦਾ ਹੈ ਕਿ ਸੱਚੀ ਕਾਂਗਰਸ ਪਾਰਟੀ ਨੇ ਕਿਸੇ ਦਲਿਤ ਆਗੂ ਵੀ ਇਹੀ ਅਗਵਾਈ ਕਰਨਗੇ, ਹੋਰ ਕਿਸੇ ਨੂੰ ਅੱਗੇ ਨਹੀਂ ਲਿਆਂਦਾ ਜਾਵੇਗਾ। ਕਿਉਂਕਿ ਸਾਡਾ ਇਹਦਾ 72 ਸਾਲਾਂ ਬਾਅਦ ਅਸੀਂ ਇੱਕ ਬੰਦੇ ਨੂੰ ਮਤਲਬ ਇਹ ਨਹੀਂ ਕਰਨਾ ਚਾਹੁੰਦੇ ਕਿ ਅੱਜ ਅਸੀਂ ਉਹਨੂੰ ਬਣਾਤਾ 3 ਮਹੀਨੇ ਬਾਅਦ ਅਸੀਂ ਉਹਨੂੰ ਹਟਾ ਦਈਏ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਠੀਕ ਹੈ ਸਰ। ਇਹਦੇ ਨਾਲ ਹੀ ਵੱਧਦੇ ਹਾਂ ਅਗਲੀ ਗੱਲ ਵੱਲ। ਅਗਲੀ ਖਬਰ ਜਿਹੜੀ ਥੋੜੀ ਜੀ ਸਾਨੂੰ ਹੈਰਾਨ ਵੀ ਕਰ ਦਿੰਦੀ ਹੈ ਤੇ ਕਈ ਵਾਰੀ ਇਹ ਜਾਣ ਕੇ ਥੋੜੀ ਜੀ ਸੋਚ ਵਿੱਚ ਅਸੀਂ ਪੈ ਜਾਂਦੇ ਹਾਂ ਕਿ ਇਸ ਤਰ੍ਹਾਂ ਆਖਰ ਹੁੰਦਾ ਕਿਉਂ ਹੈ ਔਰ ਇਹਦੇ 'ਚ ਮਿਲਦਾ ਕੀ ਹੈ। ਗੱਲ ਹੈ ਕਿ ਡਾਕਟਰ ਗੁਰਵਿੰਦਰ ਸਿੰਘ ਨੇ ਕਰਤਾਰਪੁਰ ਤੋਂ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ 5 ਫੁੱਟ ਲੰਬਾ ਹੀਰਿਆਂ ਦਾ ਹਾਰ ਜਿਹੜਾ ਦਾਨ ਕੀਤਾ, ਉਹਨਾਂ ਦੇ ਬਾਰੇ ਖਬਰ ਇਹ ਵੀ ਹੈ ਕਿ ਉਹ ਪਹਿਲਾਂ ਵੀ ਕੁਝ ਇਸ ਤਰ੍ਹਾਂ ਦੇ ਦਾਨ ਜਿਹੜੇ ਨੇ ਕਰਦੇ ਰਹਿੰਦੇ ਨੇ, ਜਿਵੇਂ ਕਿ ਸੋਨੇ ਦਾ ਪਲੰਗ ਦੀ ਵੀ ਗੱਲ ਆਈ ਹੈ ਤੇ ਨਾਲ ਹੀ ਨਾਲ 1 ਕਰੋੜ 31 ਲੱਖ ਦੀ ਕਲਗੀ ਵੀ ਉਹਨਾਂ ਨੇ ਦਾਨ ਕੀਤੀ ਹੈ। ਹੁਣ ਗੱਲ ਸਰ ਜਦੋਂ ਇਦਾਂ ਦੀ ਖਬਰ ਪੜ੍ਹੀ ਦੀ ਹੈ, ਸੁਣੀ ਦੀ ਹੈ ਤੇ ਦਿਮਾਗ 'ਚ ਇਹ ਆਉਂਦਾ ਹੈ ਕਿ ਇਹ ਸਭ ਕਰਕੇ ਆਖਰਕਾਰ ਮਿਲਦਾ ਕੀ ਹੈ। ਇਹ ਗੁਰਵਿੰਦਰ ਸਿੰਘ ਸਮਰਾ ਜੀ ਨੇ ਜਿਹੜੇ, ਇਹ ਕਰਤਾਰਪੁਰ ਹੈ, ਇਹਨਾਂ ਦਾ ਇੱਕ ਹਸਪਤਾਲ ਹੈ ਜੀ ਔਰ ਇਹ ਬਹੁਤ ਥਾਵਾਂ ਤੇ ਘਰ ਸ਼੍ਰੀ ਹਰਿਮੰਦਰ ਸਾਹਿਬ ਵੀ ਕਲਗੀਆਂ ਦਾਨ ਕਰ ਚੁੱਕੇ, ਕਲਗੀ ਦਾਨ ਕਰ ਚੁੱਕੇ, ਛਤਰ ਦਾਨ ਕਰ ਚੁੱਕੇ, ਚੰਦੋਏ ਦਾਨ ਕਰ ਚੁੱਕੇ, ਬੜਾ ਕੁਛ। ਔਰ ਇਹ ਵੱਖੋ ਵੱਖਰੇ ਜਿਹੜੇ ਸਾਡੇ ਅੱਗੇ ਨੇ ਬਹੁਤ ਪਾਵਨ ਇਤਿਹਾਸਕ ਸਥਾਨ, ਜਿਵੇਂ ਹਜ਼ੂਰ ਸਾਹਿਬ ਹੈ, ਪਟਨਾ ਸਾਹਿਬ ਹੈ, ਉੱਥੇ ਹੁਣ ਇਹਨਾਂ ਨੇ ਹਾਲੀਆ ਵਿੱਚ 5 ਫੁੱਟ ਦਾ ਜਿਹੜਾ 1300 ਹੀਰੇ ਲੱਗੇ ਹੋਏ ਨੇ ਇਹਦੇ 'ਚ, ਤਾਂ ਉਹ ਦਾਨ ਕੀਤਾ ਹੈ। ਕਰੋੜਾਂ ਦੀ ਕੀਮਤ ਹੈ। ਦੇਖੋ, ਧਰਮ ਇਸ ਯੁੱਗ ਦਾ ਸਭ ਤੋਂ ਵੱਡਾ ਅਡੰਬਰ ਹੈ ਤੇ ਧਰਮ ਦੇ ਇਸ ਅਡੰਬਰ 'ਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਸ਼ਾਮਲ ਨੇ। ਧਰਮ ਨੂੰ ਸਿਆਸਤ ਦੀ ਸ਼ਤਰੰਜ ਖੇਡਣ ਦਾ ਸਭ ਤੋਂ ਕਹਿ ਲਓ ਜ਼ਬਰਦਸਤ ਮੋਹਰਾ ਸਮਝਿਆ ਜਾ ਰਿਹਾ। ਧਰਮ ਲੋਕਾਂ ਨੂੰ ਲੜਾਉਣ ਵਾਸਤੇ ਹੈ, ਧਰਮ ਦੰਗੇ ਫਸਾਦ ਕਰਾਉਣ ਵਾਸਤੇ ਹੈ, ਧਰਮ ਆਪਣੇ ਸਿਆਸੀ ਮਫਾਦ ਪੂਰੇ ਕਰਨ ਵਾਸਤੇ ਹੈ ਜੀ, ਧਰਮ ਇਕਜੁੱਟਤਾ ਖਤਮ ਕਰਨ ਵਾਸਤੇ ਹੈ ਜੀ, ਧਰਮ ਵੱਖੋ ਵੱਖਰੇ ਫਿਰਕਿਆਂ ਪਾੜ ਪਾਉਣ ਵਾਸਤੇ ਹੈ। ਇਹ ਧਰਮ ਦਾ ਕੰਮ ਹੈ ਅੱਜ ਕੱਲ੍ਹ। ਇਹ ਬੰਦਾ ਜਿਹੜਾ ਜਾਂ ਇਹ ਜਿਹੜੇ ਵੀ ਬੰਦੇ ਨੇ, ਇਹ ਸਾਰਾ ਕੁਝ ਕੀ ਕਰਦੇ ਨੇ, ਮਤਲਬ ਇਹ ਕਿਉਂ ਕਰਦੇ ਆ ਜੀ? ਇਹ ਇਹਨਾਂ ਦੀ ਧੌਣ 'ਚ ਜਿਹੜਾ ਹਉਮੈ ਦਾ ਕਿੱਲਾ ਹੈ ਨਾ ਏਡਾ ਸਾਰਾ, ਉਹਨੂੰ ਪੱਠੇ ਪਾਉਂਦੇ ਆ। ਠੀਕ ਹੈ। ਇੱਕ ਬੀਬੀ ਹੈ ਬੰਬੇ ਤੋਂ, ਉਹ ਵੀ ਆਉਂਦੀ ਹੁੰਦੀ ਹੈ, ਮਤਲਬ ਉਹ ਵੀ ਕਰੋੜਾਂ ਤੋਂ ਘੱਟ ਨਹੀਂ ਨਜ਼ਰਾਨੇ ਦਿੰਦੀ। ਤੇ ਦੇ ਕਿਹਨੂੰ ਰਹੇ ਹੋ? ਬਿਲਕੁਲ, ਤੁਸੀਂ ਨਜ਼ਰਾਨੇ ਕਿਉਂ ਪੇਸ਼ ਕਰ ਰਹੇ ਹੋ? ਔਰ ਉਹ ਨਜ਼ਰਾਨਿਆਂ ਦਾ ਭਾਅ ਕੀ ਹੈ, ਮਤਲਬ ਉਹਦਾ ਫਾਇਦਾ ਕੀ ਹੈ ਕਿਸੇ ਨੂੰ? ਠੀਕ ਸ਼ੀਤਲ, ਮੈਂ ਸਮਝਦਾ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਉਹ ਸਿਰਫ ਇੱਕ ਤਰ੍ਹਾਂ ਨਾਲ ਬੜੇ ਘਟੀਆ ਕਿਸਮ ਦਾ ਲੋਕ ਦਿਖਾਵਾ ਕਰਦੇ ਨੇ। ਪਹਿਲੀ ਗੱਲ ਇਹ ਹੈ ਕਿ ਇਹ ਤੁਸੀਂ ਦੇ ਕਿਹਨੂੰ ਰਹੇ ਹੋ ਜੀ? ਕਿਹਨੂੰ ਦੇ ਰਹੇ ਹੋ? ਬਹੁਤ ਵੱਡਾ ਸਵਾਲ। ਔਰ ਉਹਦੇ ਨਾਲ ਤੁਹਾਨੂੰ ਜਾਂ ਕਿਸੇ ਸਮਾਜ ਨੂੰ ਜਾਂ ਕਿਸੇ ਸਮਾਜ ਦੇ ਉਹ ਲੋਕ ਜਿਹੜੇ ਭੁੱਖੇ ਪਿਆਸੇ ਨੇ, ਉਹ ਬੱਚੇ ਜਿਹੜੇ ਦੁੱਧ ਤੋਂ ਆਤੁਰ ਨੇ, ਉਹ ਬੱਚੇ ਜਿਹੜੇ ਪੜ੍ਹ ਨਹੀਂ ਸਕਦੇ, ਉਹਦੇ ਨਾਲ ਇਹਨਾਂ ਨੂੰ ਕੀ ਫਾਇਦਾ ਹੋਏਗਾ? ਉਹ ਕਲਗੀ ਤੁਸੀਂ ਕਿਹਨੂੰ ਦੇ ਰਹੇ ਹੋ? ਮਤਲਬ ਤੁਸੀਂ ਰੱਬ ਨੂੰ ਖਰੀਦਣਾ ਚਾਹੁੰਦੇ ਹੋ ਜੀ, ਜਾਂ ਤੁਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਨਜ਼ਰਾਨੇ ਦੇ ਕੇ? ਬਿਲਕੁਲ। ਗੁਰੂ ਨੂੰ ਖੁਸ਼ ਕਰਨ ਦਾ ਜਾਂ ਰੱਬ ਨੂੰ ਖੁਸ਼ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਉਹਦੀ ਜਿਹੜੀ ਖਲਕਤ ਹੈ ਉਹਨੂੰ ਉਸ ਜ਼ਿਲਤ 'ਚੋਂ, ਉਸ ਦਲਦਲ 'ਚੋਂ ਕੱਢਿਆ ਜਾਵੇ ਜਿਹਦੇ 'ਚੋਂ ਯੁੱਗਾਂ ਯੁਗਾਂਤਰਾਂ ਤੋਂ ਤੁਰੀ ਆਉਂਦੀ ਹੈ ਔਰ ਜਿਹਦੀਆਂ ਕਈ ਨਸਲਾਂ ਜਿਹੜੀਆਂ ਭੁੱਖ ਪਿਆਸ ਦਾ ਸ਼ਿਕਾਰ ਰਹੀਆਂ ਨੇ ਤੇ ਹੁਣ ਵੀ ਹਨ ਜੀ। ਉਹਨਾਂ ਲੋਕਾਂ ਬਾਰੇ ਕੋਈ ਖਿਆਲ ਨਹੀਂ ਕਰਦਾ। ਇਹ ਬੰਦਾ ਕਰਤਾਰਪੁਰ ਰਹਿੰਦਾ ਔਰ ਕਰਤਾਰਪੁਰ ਤੋਂ ਜਲੰਧਰ ਦਾ ਕੋਈ ਬਹੁਤਾ ਵੱਡਾ ਲੰਮਾ ਚੌੜਾ ਫਰਕ ਨਹੀਂ ਹੈ। ਜਲੰਧਰ ਦਾ ਇੱਕ ਕਾਲਜ ਹੈ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਜੀ। ਉਸ ਕਾਲਜ ਦੇ ਵਿੱਚ ਸੈਂਕੜੇ ਲੜਕੀਆਂ ਅਜਿਹੀਆਂ ਨੇ ਜਿਹੜੀਆਂ ਮਤਲਬ ਹਰ ਵਾਰੀ ਜਦੋਂ ਦਾਖਲਾ ਭਰਨਾ ਹੁੰਦਾ ਉਹਨਾਂ ਦੇ ਮਾਂ-ਬਾਪ ਆ ਕੇ ਉੱਥੇ ਮਿੰਨਤਾਂ ਕਰਦੇ ਆ, ਉਹਨਾਂ ਕੋਲੇ ਪੈਸਾ ਨਹੀਂ
ਕਿ ਦਾਖਲਾ ਭਰਿਆ ਜਾਵੇ। ਹੂੰ ਔਰ ਫਿਰ ਜਿਹੜੀ ਉਹਦੀ ਪ੍ਰਿੰਸੀਪਲ ਹੈ ਹੂੰ ਉਹ ਆਪਣੇ ਜਾਣਨ ਵਾਲੇ ਜਿਹੜੇ ਕੋਈ ਸਮਰੱਥ ਵਿਅਕਤੀ ਹਨ ਹੂੰ ਜਾਂ ਆਪਣੇ ਰਿਸ਼ਤੇਦਾਰ ਜਾਂ ਉਹ ਖੁਦ ਵੀ ਆਪਣੀ ਜੇਬ ਚੋਂ ਹੂੰ ਤੇ ਉਹ ਉਹਨਾਂ ਦੀਆਂ ਫੀਸਾਂ ਭਰਨ ਦਾ ਇਸ ਤਰ੍ਹਾਂ ਦਾ ਹਰ ਵਾਰੀ ਇੰਤਜ਼ਾਮ ਕਰਦੀ ਹੈ। ਹੂੰ ਪਰ ਹਰ ਵਾਰੀ ਉਹਨੂੰ ਇਹ ਮੁਸੀਬਤ ਜਾਂ ਮੁਸ਼ਕਿਲ ਦਰਪੇਸ਼ ਹੁੰਦੀ ਹੈ। ਹੂੰ ਔਰ ਫਿਰ ਇਹ ਤਾਂ ਇੱਕ ਮਸਲਾ ਨਹੀਂ, ਹੂੰ ਉਹਨਾਂ ਕੋਲੇ ਕੱਪੜੇ ਵੀ ਨਹੀਂ ਜੀ ਜਿਹੜੇ ਉਹ ਪਾ ਕੇ ਆ ਸਕਣ, ਹੂੰ ਉਹਨਾਂ ਕੋਲੇ ਕਿਤਾਬਾਂ ਵਾਸਤੇ ਵੀ ਪੈਸੇ ਨਹੀਂ। ਹੂੰ ਤੇ ਮੈਨੂੰ ਇੱਕ ਗੱਲ ਦੱਸੋ ਕਿ ਮੈਂ ਸੋਨੇ ਦੇ ਬਿਸਕੁਟ ਜਾ ਕੇ ਗੁਰਦੁਆਰੇ ਸਿੱਟਿਆ ਵਾਂ, ਹਨਾ, ਜੀ ਬਿਲਕੁਲ ਤੇ ਉਹਨਾਂ ਵੱਲ ਮੈਂ ਪਿੱਠ ਕਰਕੇ ਖੜ ਫਿੱਟ ਜਾ। ਕਰਕੇ ਖੜ ਤਾਂ ਜਾ। ਗੱਲ ਇਹ ਹੈਗੀ ਅਸੀਂ ਕਰ ਕੀ ਰਹੇ ਹਾਂ, ਹੂੰ ਤੁਸੀਂ ਕਰਨਾ ਕੀ ਚਾਹੁੰਦੇ ਹੋ? ਕਰਨਾ ਅਸੀਂ ਚਾਹੁੰਦੇ ਕੀ ਆ, ਪਰ ਅਸੀਂ ਕਰ ਕੀ ਰਹੇ ਹਾਂ, ਕਿਸੇ ਦਿਸ਼ਾ ਵੱਲ ਵੱਧ ਇਹ ਰਹੇ ਹਾਂ। ਤੁਹਾਡੀ ਗੰਦੀ ਜ਼ਿਹਨੀਅਤ ਦਾ ਮੁਜ਼ਾਹਰਾ ਹੈ ਜੀ ਔਰ ਇਹ ਸਿਰਫ ਤੇ ਸਿਰਫ ਤੁਸੀਂ ਆਪਣੇ ਆਪ ਨੂੰ ਮਹਾਨ ਦੱਸਣ ਵਾਸਤੇ ਕਰ ਰਹੇ ਹੋ। ਔਰ ਮੈਂ ਕਹਿੰਦਾ ਹੁੰਨਾ ਗੁਰਦੁਆਰਿਆਂ ਦੇ ਵਿੱਚ ਜੇ ਤਾਂ ਕੋਈ ਗਰੀਬ ਬੈਠੇ ਨੇ ਹੂੰ ਉਹਨਾਂ ਵਾਸਤੇ ਲੰਗਰ ਲੱਗ ਰਿਹਾ, ਠੀਕ ਹੈ, ਪਰ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਜਦੋਂ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਉਤਸਵ ਹੁੰਦਾ, ਹੂੰ ਜਿਹੜੇ ਕਾਰਾਂ ਜਾ ਰਹੇ ਹੁੰਦੇ ਲੰਮੇ ਪੈ ਕੇ ਉਹਨਾਂ ਨੂੰ ਖਵਾਇਆ ਜਾਂਦਾ ਔਰ ਜਿਹੜੇ ਗਰੀਬ ਹੈ ਉਹਨਾਂ ਨੂੰ ਦੁਰਕਾਰਿਆ ਜਾਂਦਾ। ਜੀ ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਉੱਪਰ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ। ਮੈਂ ਬਹੁਤ ਸਾਰੇ ਗੁਰਦੁਆਰੇ ਤੁਹਾਨੂੰ ਗਿਣਾ ਸਕਦਾ ਜਿੱਥੇ ਲੰਗਰ ਦਾ ਕੋਈ ਪ੍ਰਬੰਧ ਨਹੀਂਗਾ। ਜੇ ਰਾਤ ਬਰਾਤੇ ਕੋਈ ਚਲਾ ਜਾਵੇ ਉੱਥੇ ਲੰਗਰ ਨਹੀਂ ਮਿਲਦਾ, ਲੰਗਰ ਨਹੀਂ ਮਿਲਦਾ। ਜਾਂ ਉੱਥੇ ਜਦੋਂ ਵੀ ਲੰਗਰ ਤਾਂ ਟੁੱਟ ਵਰਤਣਾ ਚਾਹੀਦਾ ਹੂੰ ਕਿ ਜਦੋਂ ਜੋ ਵੀ ਜਾਵੇ, ਹੂੰ ਹਨਾ। ਫਿਰ ਇਹ ਹੈਗਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਭੀੜ ਪੈਂਦੀ ਹੈ, ਠੀਕ ਹੈ, ਬਹੁਤ ਸਾਰੇ ਲੋਕ ਐਸੇ ਹਨ ਜਿਹੜੇ ਸਮਰਪਿਤ ਨੇ ਗੁਰੂ ਨੂੰ, ਉਹ ਆਪਣੀਆਂ ਜੇਬਾਂ 'ਚ ਵੀ ਲਾਉਂਦੇ ਨੇ, ਉਹ ਗੁਰਦੁਆਰਾ ਦਾ ਆਸਰਾ ਨਹੀਂ ਪਾਲਦੇ। ਜੀ ਉਹ ਐਸੀਆਂ ਸਮਾਜ ਸੇਵੀ ਸੰਸਥਾਵਾਂ ਹਨ ਹੈਗੀਆਂ ਨੇ, ਸਿੱਖਾਂ ਦੀਆਂ, ਬਿਲਕੁਲ। ਤਾਂ ਉਹ ਸਾਰਾ ਕੁਝ ਕਰਦੇ ਨੇ। ਪਰ ਗੱਲ ਇਹ ਹੈ ਕਿ ਜ਼ਿਆਦਾਤਰ ਧਰਮ ਦੇ ਨਾਮ ਤੇ ਸਾਰਾ ਕੁਝ ਹੈ ਜਿਹੜਾ ਉਹਦਾ ਸਦਉਪਯੋਗ ਨਹੀਂ ਹੋ ਰਿਹਾ, ਨਹੀਂ ਹੋ ਉਹਦਾ ਦੁਰਉਪਯੋਗ ਹੋ ਰਿਹਾ। ਦੁਰਉਪਯੋਗ ਹੋ ਰਿਹਾ, ਔਰ ਬਿਲਕੁਲ। ਇਹ ਜਿਹੇ ਲੋਕ ਜਿਹੜੇ ਸਮਾਜ ਦੇ ਵਿੱਚ ਨਿੱਘਰ ਰਹੇ ਹਾਲਾਤ ਨੂੰ, ਗੁਰਬਤ ਨੂੰ, ਭੁੱਖਮਰੀ ਨੂੰ ਦੂਰ ਕਰਨ ਵਾਸਤੇ ਤਾਂ ਕੋਈ ਯਤਨ ਨਹੀਂ ਕਰਦੇ, ਲੇਕਿਨ ਆਪਣੀ ਫੋਟੋ ਅਖਬਾਰਾਂ ਵਿੱਚ ਛਪਾਉਣ ਤੇ ਆਪਣੀਆਂ ਖਬਰਾਂ ਅਖਬਾਰਾਂ ਵਿੱਚ ਲਗਵਾਉਣ ਵਾਸਤੇ ਉਹ ਇਸ ਤਰ੍ਹਾਂ ਦੇ ਟਕਵੰਜ ਕਰਦੇ ਨੇ ਕਿ ਕਿਤੇ ਸੋਨਾ ਦਾਨ ਕਰਿਆ, ਕਿਤੇ ਕਲਗੀ ਦਾਨ ਕਰਿਆ, ਕਿਤੇ ਛਤਰ ਦਾਨ ਕਰਿਆ। ਇਹਨਾਂ ਗੱਲਾਂ ਨਾਲ ਕੀ ਹੁੰਦਾ? ਇਹਨਾਂ ਗੱਲਾਂ ਨਾਲ ਤੁਹਾਡਾ ਨਰਕ ਨਹੀਂ ਕੱਟਿਆ ਜਾਣਾ ਔਰ ਇਹਨਾਂ ਗੱਲਾਂ ਨਾਲ ਤੁਹਾਡੀ ਹਉਮੈ ਦਾ ਕਿੱਲਾ ਹੋਰ ਵੱਡਾ ਹੋਏਗਾ, ਕੱਟਣਾ ਨਹੀਂ, ਬਿਲਕੁਲ ਜੀ। ਔਰ ਨਾ ਹੀ ਪ੍ਰਮਾਤਮਾ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਿਰਪਾ ਹੋਣੀ ਹੈ, ਕਿਉਂਕਿ ਪ੍ਰਮਾਤਮਾ ਨੇ ਤਾਂ ਸਾਫ਼-ਸਾਫ਼ ਕਿਹਾ ਸੀ, ਮੈਂ ਹਰ ਕਣ ਦੇ ਵਿੱਚ ਵਾਸ ਕਰਦਾ, ਮੈਂ ਹਰ ਇਨਸਾਨ ਦੇ ਵਿੱਚ ਵਾਸ ਕਰਦਾ, ਮੈਂ ਉਸ ਇਨਸਾਨ ਦੇ ਵਿੱਚ ਵੀ ਵਾਸ ਕਰਦਾ ਜਿਹੜਾ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਜਿਹੜਾ ਪੂਰਾ ਖਰਚਾ ਚੱਕਦਾ। ਮੈਂ ਕਹਿੰਦਾ ਜੀ ਤੁਹਾਡੇ ਕੋਲੇ ਬਹੁਤ ਪੈਸਾ ਹੈ, ਦੇਖੋ ਕਿੰਨੇ ਕਰੋੜ ਤਾਂ ਇਹ ਗਿਣਾਤੇ। ਮੈਨੂੰ ਲੱਗਦਾ ਇਹਨਾਂ ਨੇ ਹੁਣ ਤੱਕ ਜਿਹੜਾ ਦਾਨ ਕੀਤਾ ਉਹ 10 ਕਰੋੜ ਰੁਪਈਆ ਹੋਵੇਗਾ। 10 ਕਰੋੜ ਰੁਪਈਏ ਨਾਲ ਕਿੰਨੇ ਬੱਚਿਆਂ ਦਾ ਜੀਵਨ ਸੁਧਾਰਿਆ ਜਾ ਸਕਦਾ, ਉਹਨਾਂ ਨੂੰ ਕਿੰਨੇ ਘਰਾਂ ਦੇ ਵਿੱਚ ਦੀਪ ਬਾਲੇ ਜਾ ਸਕਦੇ ਨੇ, ਕਿੰਨੇ ਘਰ ਪੱਕੇ ਕੀਤੇ ਜਾ ਸਕਦੇ ਨੇ, ਕਿੰਨੇ ਬੱਚੇ ਬੱਚੀਆਂ ਨੂੰ ਮਤਲਬ ਪੌਸ਼ਟਿਕ ਆਹਾਰ ਜੀਵਨ ਭਰ ਲਈ ਦਿੱਤਾ ਜਾ ਸਕਦਾ। ਬਿਲਕੁਲ ਇਹ ਜਿਹਾ ਕੁਝ ਨਹੀਂ ਕੀਤਾ ਜਾ ਰਿਹਾ। ਔਰ ਸੋਨਾ ਦਾਨ ਕਰਕੇ ਇਹ ਸਮਝਿਆ ਜਾ ਰਿਹਾ ਕਿ ਮੈਂ ਹੁਣ ਰੱਬ ਨੂੰ ਵੀ ਖਰੀਦ ਲਿਆ ਤੇ ਮੈਂ ਹੁਣ ਗੁਰੂ ਨੂੰ ਵੀ ਖਰੀਦ ਲਿਆ ਜੀ, ਲੇਕਿਨ ਇਹ ਨਹੀਂ। ਇਹ ਬਹੁਤ ਵੱਡੀ ਗਲਤਫਹਿਮੀ ਹੈ ਸਰ। ਇਹਦੇ ਨਾਲ ਹੀ ਜੁੜਦੀ ਹੋਈ ਇੱਕ ਹੋਰ ਗੱਲ ਤੁਹਾਡੇ ਨਾਲ ਮੈਂ ਕਰਾਂਗੀ ਕਿ ਅੱਜ ਕੱਲ੍ਹ ਨਾ ਗੁਰਦੁਆਰਿਆਂ ਦੇ ਵਿੱਚ ਅਰਦਾਸ ਕਰਾਉਣ ਦਾ ਥੋੜਾ ਜਿਹਾ ਢੰਗ ਬਦਲ ਗਿਆ। ਜਦੋਂ ਅਰਦਾਸ ਕਰਵਾਈ ਜਾਂਦੀ ਹੈ ਨਾ, ਤੁਸੀਂ ਆਮ ਤੌਰ ਤੇ ਸੁਣਿਆ ਹੋਊਗਾ, ਅੱਜ ਕੱਲ੍ਹ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਬਦਲ ਗਈਆਂ। ਪਹਿਲਾਂ ਤਾਂ ਕਿਹਾ ਜਾਂਦਾ ਸੀ ਜੇਕਰ ਤੁਸੀਂ ਕੋਈ ਅਰਦਾਸ ਕਰਾਉਂਦੇ ਹੋ ਜਾਂ ਕੋਈ ਦਾਨ ਪੁੰਨ ਕਰਦੇ ਹੋ, ਲੁੱਕ ਛਿਪ ਕੇ ਕਰ ਲਓ, ਪਰ ਅੱਜ ਕੱਲ੍ਹ ਨਾ ਉਹਨੂੰ ਅਨਾਉਂਸ ਕਰਵਾਇਆ ਜਾਂਦਾ ਹੈ, ਪਬਲਿਕਲੀ ਦੱਸਿਆ ਜਾਂਦਾ ਹੈ ਕਿ ਫਲਾਣੇ ਨੇ ਫਲਾਣੇ ਰੁਪਈਏ ਜਿਹੜੇ ਦਿੱਤੇ ਨੇ। ਤੇ ਉਹਦੇ ਵਿੱਚ ਵੀ ਇੱਕ ਨਵਾਂ ਬਦਲਾਅ ਆ ਗਿਆ। ਅੱਜ ਕੱਲ੍ਹ ਸਾਫ਼-ਸਾਫ਼ ਕਿਹਾ ਜਾਂਦਾ ਹੈ ਪੱਕੇ ਕੈਨੇਡਾ ਵਾਲੇ, ਗੁਰਪ੍ਰਿੰਦਰ ਸਿੰਘ ਪੱਕੇ ਕੈਨੇਡਾ ਵਾਲੇ, ਪੱਕੇ ਆਸਟ੍ਰੇਲੀਆ ਵਾਲੇ, ਇਸ ਤਰੀਕੇ ਦੀਆਂ ਅਨਾਉਂਸਮੈਂਟਸ ਹੁੰਦੀਆਂ ਨੇ। ਉਹ ਤਾਂ ਕੀਤਾ ਜਾਂਦਾ ਵੀ ਜੇ ਕੱਚੇ ਹੋਣਗੇ ਉਹ ਤਾਂ ਫਿਰ ਉਹਨਾਂ ਦਾ ਬਿਜ਼ਨਸ ਨਹੀਂ ਚੱਲ ਸਕਦਾ ਜੀ। ਪੱਕੇ ਹੋਣਗੇ ਤਾਂ ਉਹ ਇੱਥੋਂ ਕਿਸੇ ਨੂੰ ਲਿਜਾ ਸਕਦੇ, ਉੱਥੇ ਪੱਕਾ ਕਰਾ ਸਕਦੇ। ਜਿਹੜੇ ਖੁਦ ਹੀ ਕੱਚੇ ਉਹਨਾਂ ਨੇ ਕਿਸੇ ਨੂੰ ਪੱਕਾ ਕੀ ਕਰਨਾ ਜੀ। ਔਰ ਇੱਕ ਹੋਰ ਦੇਖੋ, ਜਦੋਂ ਬਾਹਰੋਂ ਆਉਂਦੇ ਨੇ, ਬਾਹਰੋਂ ਕਿਉਂਕਿ ਦੋ ਬੇੜੀਆਂ 'ਚ ਪੈਰ ਰੱਖਿਆ ਹੋਇਆ, ਉਧਰ ਵੀ ਹੈ ਤੇ ਇੱਧਰ ਵੀ ਹੈ। ਬਿਲਕੁਲ ਉਧਰ ਜਾਂਦੇ ਆ, ਉਧਰ ਨਹੀਂ ਟਿਕਾ, ਇੱਧਰ ਆਉਂਦੇ ਇੱਧਰ ਨਹੀਂ ਟਿਕਾ, ਠੀਕ। ਹੁਣ ਇੱਥੇ ਜਦੋਂ ਆਉਂਦੇ ਆ ਉਹ ਫਿਰ ਕੀ ਕਰਦੇ ਆ ਵੀ ਇਹ ਦੱਸਣ ਵਾਸਤੇ ਵੀ ਮੈਂ ਆਇਆ ਹੋਇਆ। ਗੁਰਦੁਆਰੇ 'ਚ ਪਹਿਲਾਂ ਅਨਾਉਂਸਮੈਂਟ ਹੁੰਦੀ ਹੈ ਕਿ ਗੁਰਦੁਆਰੇ ਜੀ ਇਵੇਂ ਕਰਕੇ ਉਹਨਾਂ ਨੇ ਮਤਲਬ ਆਏ ਹੋਏ ਨੇ, ਤੇ ਔਰ ਗੁਰਦੁਆਰੇ ਨੂੰ 11,000 ਰੁਪਈਆ, ਧਰਮਸ਼ਾਲਾ ਨੂੰ 5,000 ਰੁਪਈਆ, ਤੇ ਉਹ ਫਿਰ ਬੜੀ ਉੱਚੀ ਅਨਾਉਂਸਮੈਂਟ ਹੁੰਦੀ ਹੈ ਜੀ। ਔਰ ਫਿਰ ਉਹ ਦੇਖਦੇ ਆ ਵੀ ਸਕੂਲ ਦੇ ਵਿੱਚ ਪੱਖੇ ਲਵਾ ਦਈਏ, ਕੂਲਰ ਰਖਾ ਦਈਏ, ਇਸ ਤਰ੍ਹਾਂ ਦੇ ਉਹ ਕੰਮ ਕਰਕੇ ਫੋਟੋਆਂ ਛਪਾਉਂਦੇ ਆ। ਫਿਰ ਗਰੀਬ ਨੂੰ ਕਿਸੇ ਨੂੰ ਮਤਲਬ ਦੇਖਦੇ ਆ, ਕੋਈ ਗਰੀਬ ਲੱਭ ਜੇ ਉਹਨੂੰ ਕੰਬਲ ਪਾ, ਉੱਤੇ ਕੰਬਲ ਦਿੰਦੇ ਆ ਤੇ ਸਾਰਾ ਪਿੰਡ ਉਹਦੇ ਆਲੇ ਦੁਆਲੇ ਖੜਾ ਹੁੰਦਾ ਤੇ ਫੋਟੋ ਖਿਚਾਈ ਹੁੰਦੀ ਹੈ ਵੀ ਗਰੀਬ ਦੀ ਮਤਲਬ ਜਿਹੜੀ ਬੜੀ ਹੈਲਪ ਕੀਤੀ ਹੈ। ਅਸੀਂ ਦਾਨ ਜਦੋਂ ਕਰਦੇ ਆ ਉਦੋਂ ਅਸੀਂ ਦਾਨ ਇਸ ਕਰਕੇ ਕਰਦੇ ਆ ਕਿ ਆਪਣੇ ਆਪ ਨੂੰ ਅਸੀਂ ਬੜੇ ਦਾਨਵੀਰ ਕਰਨ ਮਤਲਬ ਵਜੋਂ ਪ੍ਰਦਰਸ਼ਿਤ ਕਰ ਸਕੀਏ। ਇੱਥੇ ਇਹ ਬਿਮਾਰੀ ਇੱਥੇ ਨਹੀਂ, ਸਾਰੀ ਜਿੱਥੇ ਵੀ ਅਸੀਂ ਬੈਠੇ ਹਾਂ ਕਿਤੇ ਸਿੱਖ, ਜ਼ਿਆਦਾਤਰ ਸਿੱਖਾਂ ਦੇ ਵਿੱਚ ਇਹ ਬਿਮਾਰੀ ਹੈ
ਕਿ ਉਹ ਤੁਸੀਂ ਹਰਿਮੰਦਰ ਸਾਹਿਬ 'ਚ ਵੇਖਿਆ ਹੋਣਾ, ਬੜਿਆਂ ਦੇ ਨਾਂ ਜੀ ਇਹ ਸੇਵਾ ਕਰਾਈ ਫਲਾਣੇ ਨੇ, ਹਨਾ, ਪੂਰੀ ਦੀਆਂ ਪੂਰੀਆਂ ਏਡੀਆਂ ਸੇਲਾਂ ਲਾਈਆਂ ਆਪਣੇ ਨਾਂ ਦੀਆਂ, ਕਿਉਂਕਿ ਬੰਦੇ 'ਚ ਕਮਜ਼ੋਰੀ ਹੈ, ਉਹ ਅਮਰ ਹੋ ਜਾਣਾ ਚਾਹੁੰਦਾ, ਉਹ ਚਾਹੁੰਦਾ ਕਿ ਮੇਰੇ ਤੋਂ ਬਾਅਦ ਵੀ ਮੇਰਾ ਗੁਣਗਾਨ ਹੁੰਦਾ ਰਹੇ ਜੀ। ਠੀਕ, ਉਹਨੂੰ ਇਹ ਲੱਗਦਾ ਕਿ ਮੈਂ ਹਮੇਸ਼ਾ ਮਤਲਬ ਕੋਈ ਐਸੀ ਛਾਪ ਛੱਡ ਜਾ, ਆਪਣੇ ਚੰਗੇ ਕਰਮਾਂ ਨਾਲ ਨਹੀਂ, ਆਪਣੇ ਇਹੋ ਜਿਹੇ ਅਡੰਬਰੀ ਕੰਮਾਂ ਨਾਲ, ਇਹ ਢਕਵਾਂਜ ਤੇ ਢਕੌਂਸਲਿਆਂ ਨਾਲ, ਮਤਲਬ ਮੈਂ ਇਹੋ ਜਿਹਾ ਕੁਝ ਕਰ ਜਾ। ਲੇਕਿਨ ਜੇ ਤਾਂ ਤੁਹਾਡੇ ਅਮਾਲ ਨੇਕ ਨੇ, ਜੇ ਤੁਸੀਂ ਇਮਾਨਦਾਰੀ ਨਾਲ ਜ਼ਿੰਦਗੀ ਬਿਤਾਈ ਹੈ, ਜੇ ਤੁਸੀਂ ਚੁੱਪਚਾਪ ਕਿਸੇ ਦੀ ਇਮਦਾਦ ਕੀਤੀ ਹੈ, ਤਾਂ ਉਹ ਗੱਲ ਜਿਹੜੀ ਹੈ ਉਹਦੇ 'ਚ ਰੌਸ਼ਨੀ ਪੈਦਾ ਹੋਣੀ ਹੈ, ਔਰ ਰੌਸ਼ਨੀ ਖਤਮ ਨਹੀਂ ਹੁੰਦੀ, ਰੌਸ਼ਨੀ ਮਰਦੀ ਨਹੀਂ ਹੁੰਦੀ। ਤੁਹਾਡੇ ਨੇਕ ਅਮਾਲ ਦੀ ਰੌਸ਼ਨੀ ਪੁਸ਼ਤਾਂ ਤੱਕ ਜਾਣੀ ਹੈ, ਔਰ ਉਹ ਤੁਸੀਂ ਇੱਕ ਤਰ੍ਹਾਂ ਨਾਲ ਪਥ ਪ੍ਰਦਰਸ਼ਕ ਬਣੋਗੇ, ਰਹਿਨੁਮਾ ਬਣੋਗੇ, ਤੁਹਾਡੇ ਨਕਸ਼ੇ ਕਦਮ ਤੇ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਤੁਰਨਗੀਆਂ, ਔਰ ਸਮਾਜ ਵੀ ਤੁਹਾਡੇ ਤੋਂ ਸੇਧ ਲਏਗਾ। ਲੇਕਿਨ ਜੇ ਤੁਸੀਂ ਇਹ ਸਮਝ ਲਓਗੇ ਕਿ ਯਾਰ ਮੈਂ ਆਹ ਕੁਛ ਕਰਕੇ, ਮਤਲਬ ਮੈਂ ਆਪਣੇ ਪੈਸੇ ਦਾ ਔਰ ਰੁਤਬੇ ਦਾ, ਤਾਕਤ ਦਾ ਮੁਜ਼ਾਹਰਾ ਕਰਕੇ ਤੇ ਲੋਕਾਂ ਨੂੰ ਪ੍ਰਭਾਵਿਤ ਕਰ ਲੂੰਗਾ, ਤੇ ਇਸ ਤਰ੍ਹਾਂ ਲੋਕ ਪ੍ਰਭਾਵਿਤ ਨਹੀਂ ਹੁੰਦੇ। ਲੋਕਾਂ ਨੂੰ ਪਤਾ ਹੁੰਦਾ ਕਿ ਹੁਣ ਜੇ ਕੋਈ ਬੰਦਾ ਸਾਰੀ ਉਮਰ ਡਕੈਤੀਆਂ ਮਾਰ ਕੇ ਪੈਸਾ ਇਕੱਠਾ ਕਰਦਾ ਰਿਹਾ ਤੇ ਮੁੜ ਕੇ ਸਕੂਲ ਖੋਲ੍ਹਦਾ, ਪਤਾ ਹੁੰਦਾ ਹਰਾਮ ਦੀ ਯਾਰ ਕਮਾਈ ਹੈ, ਹੋਰ ਇਹਨੇ ਕਿੱਥੇ ਲਾਉਣੀ ਸੀ, ਫਿਰ ਆਪਾਂ ਕਹਿੰਦੇ ਆ ਨਾ, ਤਾਂ ਆਪਣੇ ਮੂੰਹੋਂ ਕੋਈ ਚੰਗਾ ਸ਼ਬਦ ਨਹੀਂ ਨਿਕਲਦਾ। ਫਿਰ ਦੂਸਰੀ ਗੱਲ ਹੋਰ ਹੈ ਕਿ ਧਰਮ ਕਿਉਂਕਿ ਨਿਰੋਲ ਅਡੰਬਰ ਹੈ ਅੱਜ ਦਾ, ਤੁਸੀਂ ਵੇਖੋ ਨਾ ਵੀ ਅਸੀਂ ਗੁਰਦੁਆਰਿਆਂ ਵਿੱਚ ਕੀ ਨਹੀਂ ਲਵਾਇਆ, ਮਤਲਬ ਆਧੁਨਿਕ ਉਪਕਰਨ ਨੇ ਉੱਥੇ ਸਾਰੇ ਲੱਗ ਚੁੱਕੇ ਨੇ। ਸਰਦੀਆਂ 'ਚ ਜਾਓ ਤੁਸੀਂ, ਏਅਰ ਕੰਡੀਸ਼ਨ ਨੇ ਜੀ, ਬਿਲਕੁਲ, ਗਰਮੀਆਂ ਦੇ ਵਿੱਚ ਹੀਟਰ ਨੇ, ਔਰ ਕਿਆ ਥੱਲੇ ਕਾਲੀਨ ਵਿਛੇ ਨੇ, ਸਾਰਾ ਕੁਝ ਹੈਗਾ, ਪਰ ਤੁਹਾਡੇ ਗੁਰਦੁਆਰੇ ਦੀ ਪਿੱਠ ਪਿੱਛੇ ਝੋਪੜੀਆਂ ਨੇ ਜੀ, ਬਿਲਕੁਲ, ਉਹਨਾਂ ਦੇ ਬਾਰੇ ਕੋਈ ਵਿਚਾਰਿਆ ਨਹੀਂ ਜਾਂਦਾ। ਰੱਬ ਦਾ ਘਰ ਹੈ, ਆਪਾਂ ਕਹਿੰਦੇ ਰੱਬ ਦਾ ਘਰ ਹੈ, ਤੇ ਰੱਬ ਇੰਨਾ ਅਵੇਸਲਾ ਕਿਵੇਂ ਹੋ ਸਕਦਾ ਕਿ ਆਪਣੀ ਪਿੱਠ ਪਿੱਛੇ ਨਹੀਂ ਵੇਖ ਸਕਦਾ ਜੀ? ਜੇ ਰੱਬ ਹੈ ਤੇ ਜੇ ਉੱਥੇ ਬੈਠੇ ਰੱਬ ਨੂੰ ਧਿਆਉਂਦੇ ਨੇ, ਉਹਨਾਂ 'ਚ ਤਾਂ ਕੋਈ ਪਰਿਵਰਤਨ ਆਇਆ ਨਹੀਂਗਾ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਕਿ ਹਰਿਮੰਦਰ ਸਾਹਿਬ 'ਚ ਤੁਸੀਂ ਹੁਣ ਜਾਓ, ਉੱਥੇ ਇਸ ਕਿਸਮ ਦੀ ਬਦਤਮੀਜ਼ੀ ਦਾ ਮੁਜ਼ਾਹਰਾ ਵੇਖੋਗੇ ਕਿ ਜਿਹੜੇ ਉਹ ਫਿਰਦੇ ਨਾ ਨੇਜ਼ਿਆਂ ਵਾਲੇ ਪਾਂਡੇ ਕਹੂੰਗਾ ਮੈਂ, ਉਹਨਾਂ ਨੂੰ ਸਿੱਖ ਨਹੀਂ ਕਹਿ ਸਕਦਾ, ਉੱਥੇ ਬਾਣੀ ਦਾ ਪ੍ਰਵਾਹ ਨਿਰੰਤਰ ਹੈ ਨਾ, ਉਹਨਾਂ ਤੇ ਕੋਈ ਅਸਰ ਨਹੀਂਗਾ। ਜਿਹੜੇ ਵਰਤਾਵੇ ਨੇ ਲੰਗਰ ਦੇ ਵਿੱਚ, ਉਹ ਇੰਨੇ ਬੇਵਕੂਫ ਤੇ ਫੂਹੜ ਕਿਸਮ ਦੇ ਨੇ ਕਿ ਉਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ। ਔਰ ਲੰਗਰ ਦੀ ਵਿਵਸਥਾ ਇਹ ਹੈ ਕਿ ਭਾਵੇਂ ਸਾਰੇ ਪੰਜਾਬ 'ਚੋਂ ਸਬਜ਼ੀਆਂ ਉੱਥੇ ਜਾਂਦੀਆਂ, ਟਰਾਲੀਆਂ ਭਰ ਕੇ, ਸੜੀਆਂ ਰੋਟੀਆਂ ਮਿਲਦੀਆਂ ਨੇ ਉੱਥੇ, ਬਦਤਮੀਜ਼ੀ ਨਾਲ ਉਹ ਬੋਲਦੇ ਨੇ, ਥਾਲੀਆਂ ਚਲਾ ਮਾਰਦੇ ਨੇ। ਅੱਖੀਂ ਵੇਖਣ ਦੀ ਗੱਲ ਹੈ। ਇੱਕ ਔਰਤ ਨੇ ਕਿਹਾ ਵੀ ਆ ਥਾਲੀ ਟੁੱਟੀ ਹੈ, ਕਹਿੰਦਾ ਥਾਲੀ ਖਾਣੀ ਹੈ। ਮੇਰਾ ਜੀ ਕਰਦਾ ਸੀ ਉੱਠ ਕੇ ਪੰਗਤ 'ਚ ਉਹਦੇ ਮੂੰਹ ਤੇ ਮਾਰਾਂ ਚਪੜਾ, ਪਰ ਫਿਰ ਮੈਂ ਕਿਹਾ ਇਹਨਾਂ ਨੇ ਕਹਿਣਾ ਗੁਰੂ ਦੀ ਬੇਅਦਬੀ ਕੀਤੀ, ਉਹਨੇ ਮੈਨੂੰ ਮਾਰ ਦੇਣਾ ਸੀਗਾ। ਉੱਥੇ ਚੰਡਾਲ ਬੈਠੇ ਨੇ, ਔਰ ਤੁਸੀਂ ਰੱਬ ਨੂੰ ਜਦੋਂ ਲੱਭਣ ਵਾਸਤੇ ਬਾਹਰ ਨੂੰ ਜਾਂਦੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਗੁਰੂ ਤੋਂ ਬੇਮੁਖ ਹੁੰਦੇ ਹੋ। ਰੱਬ ਕਿਤੇ ਬਾਹਰ ਨਹੀਂ ਵਸਦਾ, ਰੱਬ ਕਿਤੇ ਨਹੀਂ ਬਾਹਰ ਵਸਦਾ, ਰੱਬ ਤੁਹਾਡੇ ਅੰਦਰ ਵਸਦਾ। ਔਰ ਬਾਰ-ਬਾਰ ਗੁਰਬਾਣੀ 'ਚ ਦ੍ਰਿੜਾਇਆ ਗਿਆ, ਔਰ ਸਿੱਖਾਂ ਨੂੰ ਇੰਨੀ ਗੱਲ ਹੀ ਸਮਝ ਨਹੀਂ ਆਈ ਕਿ ਤੁਸੀਂ ਇੱਕ ਕੋਨੇ 'ਚ ਬੈਠ ਕੇ ਵੀ ਰੱਬ ਦੇ ਦੀਦਾਰ ਕਰ ਸਕਦੇ ਹੋ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਪਰ ਗੱਲ ਇਹ ਹੈ ਕਿ ਆਪਣੇ ਆਪ ਨੂੰ ਧਾਰਮਿਕ ਸਿੱਧ ਕਰਨ ਵਾਸਤੇ ਨੰਗੇ ਪੈਰੀਂ ਜਾਣਾ ਜ਼ਰੂਰੀ ਹੈ ਜੀ। ਆ ਵੈਸ਼ਨੋ ਦੇਵੀ ਕੀ ਹੋਇਆ? ਬਿਲਕੁਲ, ਤੁਸੀਂ ਇੱਕ ਗੱਲ ਦੇਖੋ ਕਿ ਆਹ ਕੱਪ ਮੈਂ ਬਣਾ ਲਿਆ, ਫਿਰ ਮੈਂ ਇਹਦੀ ਪੂਜਾ ਕਰਨ ਲੱਗ ਗਿਆ ਜੀ। ਆਹ ਮੈਂ ਕੱਪ ਬਣਾ ਲਿਆ, ਇਹਨੂੰ ਆਪਣਾ ਇਸ਼ਟ ਬਣਾ ਲਿਆ, ਇਹਦੀ ਮੈਂ ਪੂਜਾ ਕਰਨ ਲੱਗ ਗਿਆ। ਪਰ ਜਿਹਨੇ ਮੈਨੂੰ ਬਣਾਇਆ ਹੈ ਜੀ, ਜਿਹੜਾ ਮੇਰਾ ਸਿਰਜਕ ਹੈ, ਸਿਰਜਣਹਾਰ ਹੈ, ਬਿਲਕੁਲ, ਬੰਦਿਆ ਤੂੰ ਇਹਦੀ ਪੂਜਾ ਕਰੀ ਜਾਂਦਾ, ਪਰ ਜਿਹਨੇ ਤੈਨੂੰ ਬਣਾਇਆ ਤੂੰ ਉਹਦੀ ਪੂਜਾ ਕਿਉਂ ਨਹੀਂ ਕਰਦਾ? ਗੱਲ ਇਹ ਹੈ ਕਿ ਅਸੀਂ ਜੇ ਕੋਈ ਇਹ ਕਹੇ ਤਾਂ ਫਿਰ ਧਰਮ ਖਤਰੇ 'ਚ ਪੈ ਜਾਂਦਾ ਜੀ। ਬਿਲਕੁਲ, ਤੁਸੀਂ ਕਿਸੇ ਨੂੰ ਸਮਝਾਉਣ ਤੁਰ ਜਾਓ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਸ਼ਬਦ ਗੁਰੂ ਦੇ ਵਿੱਚ ਕਿਸੇ ਗੁਰੂ ਨੇ ਇਹ ਨਹੀਂ ਕਿਹਾ ਕਿ ਤੁਸੀਂ ਭਾਈ ਕਿਸੇ ਤੀਰਥ ਤੇ ਜਾਓ, ਕਿਸੇ ਤਲਾਬ 'ਚ ਡੁਬਕੀ ਲਾਓ, ਜਾਂ ਕਿਸੇ ਜਾ ਕੇ ਕਿਸੇ ਚੀਜ਼ ਦੀ ਆਰਾਧਨਾ ਕਰੋ। ਗੱਲ ਉਹਨਾਂ ਨੇ ਕਿਹਾ ਕਿ ਬਾਣੀ ਹੈ ਜਿਹੜੀ, ਇਹ ਉਹ ਕੁੰਜੀ ਹੈ ਜਿਹਦੇ ਨਾਲ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਰੱਬ ਦੇ ਦੀਦਾਰ ਕਿਵੇਂ ਕਰਨੇ ਆ, ਇਹ ਤੁਹਾਨੂੰ ਦੱਸਿਆ ਹੋਇਆ ਹੈ। ਔਰ ਉਹਦੇ 'ਚ ਇਹ ਨਹੀਂ ਕਿਹਾ ਹੋਇਆ ਕਿ ਤੁਸੀਂ ਮਤਲਬ ਤੁਰ ਜਾਓ ਜੀ, ਪਟਨਾ ਸਾਹਿਬ ਚਲੇ ਜਾਓ ਜਾਂ ਨਾਂਦੇੜ ਚਲੇ ਜਾਓ ਜਾਂ ਫਲਾਨੀ ਥਾਂ ਤੇ ਚਲੇ ਜਾਓ, ਉੱਥੇ ਰੱਬ ਮਿਲੂਗਾ ਨਾ। ਉਹ ਮਿਲਣਾ ਅਲਟੀਮੇਟਲੀ ਤੁਹਾਨੂੰ ਤੁਹਾਡੇ ਅੰਦਰੋਂ ਹੀ ਮਿਲਣਾ। ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਔਰ ਤੁਸੀਂ ਦੇਖੋ ਸਰ, ਜੇਕਰ ਅਸੀਂ ਕਿਸੇ ਗਰੀਬ ਨੂੰ ਰੋਕ ਕੇ ਚਾਹ ਦਾ ਕੱਪ ਵੀ ਦੇ ਦਈਏ ਨਾ, ਉਸ ਤੋਂ ਬਾਅਦ ਇੰਨੀ ਕੁ ਤਸੱਲੀ ਆਉਂਦੀ ਹੈ, ਮੈਨੂੰ ਲੱਗਦਾ ਰੱਬ ਹੀ ਸਾਡੇ ਅੰਦਰੋਂ ਜਿਹੜਾ ਹੈ ਆਸ਼ੀਰਵਾਦ ਦਿੰਦਾ ਹੈ। ਗੁਰਦੁਆਰੇ ਤੁਸੀਂ ਲੱਖਾਂ ਟੇਕੀ ਜਾਂਦੇ ਹੋ, ਬਿਲਕੁਲ ਠੀਕ ਹੈ, ਔਰ ਤੁਸੀਂ ਅੰਮ੍ਰਿਤਸਰ ਜਾ ਕੇ ਦੇਖੋ ਕਿੰਨੀ ਗੁਰਬਤ ਆ ਉੱਥੇ, ਗਰੀਬੀ ਹੈ। ਔਰ ਫਿਰ ਉਹ ਜਿਹੜੇ ਬੰਦੇ 24 ਘੰਟੇ ਬਾਣੀ ਸੁਣਦੇ ਨੇ, ਦਿਨ ਰਾਤ ਸੁਣਦੇ ਨੇ, ਉਹਨਾਂ ਦੀ ਬੋਲ ਬਾਣੀ ਐਸੀ ਹੈ ਕਿ ਜਿਵੇਂ ਡਕਾਇਤ ਹੁੰਦੇ, ਡਾਕੂ ਹੁੰਦੇ ਆ। ਮੈਂ ਕਹਿਣਾ ਹੁੰਦਾ ਕਿ ਹੋ ਕੀ ਰਿਹਾ। ਔਰ ਜੇ ਕੋਈ ਪਰਿਕਰਮਾ 'ਚ ਕੋਈ ਮੋਬਾਈਲ ਨਾਲ ਫੋਟੋ ਲੈਣ ਲੱਗਿਆ ਜੀ, ਔਰ ਪਾਸੇ ਬੰਦ ਕਰੇ ਨੂੰ, ਉਹ ਇਸ ਤਰ੍ਹਾਂ ਬੱਕੜਵਾਸ ਮਾਰਦੇ ਆ। ਮਤਲਬ ਇਹਨਾਂ ਦੇ ਪਿਓ ਦਾ ਹਰਿਮੰਦਰ ਸਾਹਿਬ ਹੈ ਜੀ, ਬਿਲਕੁਲ,
ਮਤਲਬ ਇਹਨਾਂ ਦੇ ਬਾਪ ਦਾਦੇ ਦੀ ਜਾਗੀਰ ਹੈ। ਸੋ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਆਮ ਜਨਤਾ ਨੂੰ ਉੱਥੇ ਕਰਨਾ ਪੈਂਦਾ। ਸੋ ਇਹੀ ਗੱਲਬਾਤ ਤੁਸੀਂ ਕਰ ਰਹੇ ਹੋ ਸਾਡੇ ਨਾਲ। ਇਦਾਂ ਹੀ ਸਰ ਇੱਕ ਗੱਲ ਇਹ ਵੀ ਮੈਂ ਕਰ ਰਹੀ ਹਾਂ ਕਿ ਜਦੋਂ ਅਰਦਾਸ ਕਰਵਾਈ ਜਾਂਦੀ ਹੈ ਨਾ, ਅੱਜ ਕੱਲ੍ਹ ਸਪੈਸ਼ਲ ਪਾਠੀ ਦੇ ਕੰਨ ਦੇ ਵਿੱਚ ਜਾ ਕੇ ਪੈਸੇ ਫੜਾ ਕੇ ਨਾਲ ਇੱਕ ਪਰਚੀ ਦਿੱਤੀ ਜਾਂਦੀ ਹੈ, ਤੇ ਪਰਚੀ ਨੂੰ ਜਦੋਂ ਪੜ੍ਹਦੇ ਨੇ ਤੇ ਉਹਦੇ ਵਿੱਚ ਉਹ ਆਮ ਤੌਰ ਤੇ ਕਹਿੰਦੇ ਨੇ ਇਟਲੀ ਤੋਂ, ਜਰਮਨ ਤੋਂ। ਸੋ ਇਸ ਤਰੀਕੇ ਦੇ ਨਾਲ ਜਿਹੜੀ ਸੰਗਤ ਉੱਥੇ ਬੈਠੀ ਹੁੰਦੀ ਉਹਨੂੰ ਦਿਖਾਇਆ ਜਾਂਦਾ ਹੈ, ਪਰਚਾਵਾ ਕੀਤਾ ਜਾਂਦਾ ਹੈ ਕਿ ਬਾਹਰੋਂ ਬੰਦੇ ਆਏ ਨੇ। ਸ਼ੀਤਲ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ। ਪਹਿਲੀ ਗੱਲ, ਮੇਰੇ ਲਈ ਕਿਸੇ ਨੂੰ ਕੀ ਚੱਟੀ ਪਈ ਹੈ ਉਹ ਅਰਦਾਸ ਕਰੂਗਾ, ਤੇ ਮੇਰੇ ਬਿਹਾਫ ਤੇ ਕੋਈ ਅਰਦਾਸ ਕਰੇ ਕਿਉਂ? ਬਿਲਕੁਲ, ਅਰਦਾਸ ਤਾਂ ਮੈਂ ਖੁਦ ਹੀ ਕਰੂੰਗਾ ਨਾ। ਜੇ ਮੇਰੇ ਬੱਚਿਆਂ ਦੀ ਖੁਸ਼ੀ ਵਾਸਤੇ ਅਰਦਾਸ ਕਰਨੀ ਤਾਂ ਮੈਂ ਹੀ ਕਰੂੰਗਾ। ਭਾਈ ਜੀ ਨੂੰ 100 ਰੁਪਏ ਦੇ ਕੇ ਅਰਦਾਸ ਕਿਉਂ ਕਰੂੰਗਾ? ਜੀ, ਮਤਲਬ ਮੈਂ ਕੋਈ ਸੌਦੇਬਾਜ਼ੀ ਕਰ ਰਿਹਾ ਕਿਉਂ? ਅੱਗੇ ਰੱਬ ਦੇ ਵਿਚਾਲੇ ਮੇਰਾ ਵਿਚੋਲਾ, ਤੇ ਮੇਰੀ ਡਾਇਰੈਕਟ ਗੱਲ ਕਿਉਂ ਨਹੀਂ ਹੋ ਸਕਦੀ? ਜੇ ਉਹਦੀ ਹੋ ਸਕਦੀ ਹੈ ਤਾਂ ਫਿਰ ਮੈਂ ਕਿਉਂ ਨਹੀਂ ਕਰ ਸਕਦਾ? ਗੱਲ ਇਹ ਹੈ ਕਿ ਆਪਣੀਆਂ ਅਰਦਾਸਾਂ ਭਾਈ ਆਪ ਕਰਿਆ ਕਰੋ। ਜਿਹੜੀ ਆਹ ਉਧਾਰੀ ਅਰਦਾਸ ਹੁੰਦੀ ਹੈ ਇਹਦਾ ਕੋਈ ਅਸਰ ਨਹੀਂ ਹੁੰਦਾ। ਔਰ ਅਰਦਾਸ ਉਹੀ ਹੈ ਕਿ ਤੁਸੀਂ ਜਿਸ ਤਰ੍ਹਾਂ ਵੀ ਚਾਹੋ ਕਰ ਸਕਦੇ ਹੋ। ਉਹਦੇ ਵਾਸਤੇ ਇਹ ਨਹੀਂਗਾ ਕਿ ਖੜੇ ਹੋਣਾ ਜਾਂ ਮਤਲਬ ਹੱਥ ਜੋੜਨੇ ਆ ਜਾਂ ਮਤਲਬ ਜੋ ਰਟਾਇਆ ਉਹਦੇ ਮੁਤਾਬਕ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਹਜ਼ਰਤ ਮੂਸਾ ਸੀਗੇ ਨਾ ਜੀ, ਹਜ਼ਰਤ ਮੂਸਾ ਚਲੇ ਜਾ ਰਹੇ ਸੀ ਤੇ ਇੱਕ ਗਡਰੀਆ ਅਰਦਾਸ ਕਰਦਾ ਸੀ ਰੱਬ ਨੂੰ ਜੀ, ਗੱਲਾਂ ਕਰਦਾ ਰੱਬ ਨੂੰ, ਕਹਿੰਦਾ ਰੱਬਾ ਮੈਨੂੰ ਲੱਗਦਾ ਤੂੰ ਕੱਲਾ ਹੈ ਤੇ ਤੂੰ ਇੰਨਾ ਕੁਛ ਕੀਤਾ ਹੈ ਤੇ ਤੂੰ ਥੱਕ ਵੀ ਗਿਆ ਹੋਵੇਗਾ। ਜੇ ਤੂੰ ਮੈਨੂੰ ਆਪਣੇ ਕੋਲੇ ਸੱਦ ਲੈ, ਇੱਕ ਤਾਂ ਮੈਂ ਤੇਰੀ ਤਨਹਾਈ ਦੂਰ ਕਰ ਦਿਆਂ, ਇਕੱਲਤਾ ਦੂਰ ਕਰ ਦਿਆਂ। ਦੂਜਾ ਮਤਲਬ ਤੂੰ ਨਾਤਾ ਨੂਤਾ ਵੀ ਨਹੀਂ ਹੋਣਾ ਕਿਉਂਕਿ ਫੁਰਸਤ ਨਹੀਂ ਤੈਨੂੰ ਮਿਲੀ, ਤੈਨੂੰ ਨਵਾ ਵੀ ਦਿਆ ਕਰੂੰਗਾ ਮੈਂ। ਔਰ ਫਿਰ ਹੋ ਸਕਦਾ ਤੇਰੇ ਸਿਰ 'ਚ ਜੂਆਂ ਪੈ ਗਈਆਂ, ਹੁਣ ਮੈਂ ਉਹ ਵੀ ਕੱਢ ਦਿਆ ਕਰੂੰਗਾ, ਹਨਾ। ਔਰ ਤੂੰ ਮਤਲਬ ਇਹ ਮੈਂ ਤੈਨੂੰ ਬਿਲਕੁਲ ਜਿਹੜੀਆਂ ਭੇਡਾਂ ਮੈਂ ਦੇਖ ਲਾ ਮੇਰੀਆਂ ਜਮਾਂ ਚਿੱਟੀਆਂ ਨੇ, ਕਹਿੰਦਾ ਮੈਂ ਇਹਨਾਂ ਨੂੰ ਨਵਾਉਣਾ ਤੇ ਮੈਂ ਇਹਨਾਂ ਵਾਂਗੂ ਤੈਨੂੰ ਸਾਫ਼ ਰੱਖੂੰਗਾ। ਤੂੰ ਹਜ਼ਰਤ ਮੂਸਾ ਜੀ ਤੋਂ ਕੋਲ ਦੀ ਲੰਘੇ ਤੇ ਉਹ ਉੱਚੀ ਉੱਚੀ ਬੋਲ ਕੇ ਕਰ ਰਿਹਾ ਸੀ। ਤੇ ਉਹ ਸੋਚਿਆ ਵੀ ਕਿੱਡਾ ਫੂਡ ਬੰਦਾ, ਵੀ ਇਹ ਅਰਦਾਸ ਕਰਨ ਦਾ ਕੀ ਢੰਗ ਹੈ, ਇਹ ਰੱਬ ਨਾਲ ਗੱਲਾਂ ਕਰਨ ਦਾ ਕੀ ਢੰਗ ਹੈ। ਉਹ ਕਹਿੰਦੇ ਬੰਦਿਆ ਅਰਦਾਸ ਇਵੇਂ ਨਹੀਂ ਕਰਨੀ, ਇਹ ਤਾਂ ਤੂੰ ਬੜੀ ਬਦਤਮੀਜ਼ੀ ਕਰ ਰਿਹਾ। ਤੂੰ ਕਹਿ ਰਿਹਾ ਰੱਬ ਦੇ ਸਿਰ 'ਚ ਜੂਆਂ ਪਈਆਂ ਹੋਈਆਂ ਜੀ, ਤੂੰ ਆਏ ਅਰਦਾਸ ਕਰ, ਆਏ ਅਰਦਾਸ ਕਰ, ਪ੍ਰਿਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਹਾਂ। ਮਤਲਬ ਤੂੰ ਆਈ ਕਰਨੀ ਆ ਕਿਉਂਕਿ ਹੋਰ ਅਰਦਾਸ ਦਾ ਕੋਈ ਤਰੀਕਾ ਨਹੀਂ। ਉਹ ਕਹਿੰਦਾ ਜੀ ਗਲਤੀ ਹੋ ਗਈ। ਤੇ ਹਜ਼ਰਤ ਮੂਸਾ ਉਹਨੂੰ ਉਹ ਅਰਦਾਸ ਰਟੀ ਰਟਾਈ ਕਿ ਅੱਗੇ ਚਲੇ ਗਏ। ਜੰਗਲ 'ਚੋਂ ਆਵਾਜ਼ ਆਈ ਜੀ ਕਿ ਭਾਈ ਤੂੰ ਇਹ ਕੀ ਕਰਿਆ, ਤੂੰ ਤਾਂ ਬਹੁਤ ਅਨਰਥ ਕਰਤਾ। ਕਿਉਂਕਿ ਉਹ ਹਰ ਵਿਅਕਤੀ ਜਿਹੜਾ ਹੈ ਉਹਦਾ ਆਪਣਾ ਢੰਗ ਹੈ ਜੀ, ਹਰ ਵਿਅਕਤੀ ਨੇ ਆਪਣੇ ਮੁਤਾਬਕ ਅਰਦਾਸ ਕਰਨੀ ਹੈ। ਉਹਦੇ ਵਾਸਤੇ ਕੋਈ ਕਿਸੇ ਘੜੇ ਘੜਾਏ ਸ਼ਬਦਾਂ ਦੀ ਜ਼ਰੂਰਤ ਨਹੀਂ ਹੈ, ਹਨਾ। ਇਹ ਤਾਂ ਮਨ ਦੀ ਇੱਕ ਵਿਵਸਥਾ ਹੈ, ਇਹ ਤਾਂ ਆਤਮਿਕ ਵਿਵਸਥਾ ਹੈ। ਤੇ ਉਹ ਇੰਨੀ ਸਾਦਗੀ ਨਾਲ ਕਰ ਰਿਹਾ ਸੀਗਾ ਕਿ ਉਹ ਕਹਿੰਦਾ ਵੀ ਜੇ ਉਹਨੇ ਐਂ ਕਿਹਾ ਮੈਂ ਤੇਰੇ ਸਿਰ 'ਚੋਂ ਜੂਆਂ ਕੱਢੂੰ, ਕਿਉਂਕਿ ਉਹ ਭੇਡਾਂ ਦੀਆਂ ਜੂਆਂ ਕੱਢਦਾ ਰਿਹਾ, ਤੇ ਉਹ ਇਹ ਵੀ ਕਹਿੰਦਾ ਮੇਰੇ ਸਿਰ 'ਚ ਵੀ ਪੈ ਜਾਂਦੀਆਂ ਨੇ, ਤੇ ਇਹਦੇ 'ਚ ਉਹਨੇ ਕੀ ਖੁਨਾਮੀ ਕਰਤੀ। ਉਹ ਕਹਿੰਦਾ ਕਿੰਨੇ ਸਾਦੇ ਤੇ ਪਿਆਰੇ ਲਫ਼ਜ਼ ਸੀਗਾ। ਪਰਮਾਤਮਾ ਕਹਿੰਦਾ ਵੀ ਮੈਨੂੰ ਤਾਂ ਉਹਦੇ ਨਾਲ ਪਿਆਰ ਹੀ ਬਹੁਤ ਹੋ ਗਿਆ ਕਿਉਂਕਿ ਸਾਦਗੀ ਨਾਲ ਅਰਦਾਸ ਕਰਦਾ ਸੀਗਾ ਉਹ। ਮੈਨੂੰ ਮਤਲਬ ਮੇਰੇ ਨਾ ਕਰੀਬ ਲੱਗਿਆ ਤੇ ਤੂੰ ਉਹਨੂੰ ਹੋਰੀ ਰਟੀ ਰਟਾਈ ਅਰਦਾਸ ਕਰੇ, ਉਹਦਾ ਫਾਰਮੂਲਾ ਦੱਸਿਆ। ਸੋ ਗੱਲ ਇਹ ਹੁੰਦੀ ਆ ਕਿ ਅਰਦਾਸ ਜਿਹੜੀ ਹੈ ਨਾ ਤਾਂ ਤੁਹਾਡੇ ਵਾਸਤੇ ਕੋਈ ਪਾਠ ਕਰ ਸਕਦਾ, ਨਾ ਤੁਹਾਡੇ ਵਾਸਤੇ ਕੋਈ ਖੰਡ ਪਾਠ ਕਰ ਸਕਦਾ। ਜੇ ਇਵੇਂ ਹੁੰਦਾ ਕਿ ਇਹ ਜਿਹੜੇ ਖੰਡ ਪਾਠ ਕਰਨ ਵਾਲੇ ਜਾਂ ਸਧਾਰਨ ਪਾਠ ਕਰਨ ਵਾਲੇ ਜਾਂ ਗੁਰਦੁਆਰਿਆਂ 'ਚ ਪਾਠ ਕਰਨ ਵਾਲੇ ਜਾਂ ਕੋਤਰੀਆਂ ਛੋਤਰੀਆਂ ਕਰਨ ਵਾਲੇ ਜੇ ਇਹ ਸੱਚਮੁੱਚ ਅਧਿਆਤਮਕ ਉੱਚਤਾ ਵਾਲੇ ਹੁੰਦੇ ਤਾਂ ਇਸ ਸੰਸਾਰ 'ਚ ਕੁਛ ਕ੍ਰਾਈਮ ਨਾ ਹੁੰਦਾ। ਇਹ ਸਤਯੁਗ ਹੀ ਵਰਤਿਆ ਹੁੰਦਾ ਇੱਥੇ। ਇਹ ਜਿਵੇਂ ਮੰਦਰਾਂ 'ਚ ਟੱਲ ਵੱਜ ਰਹੇ ਨੇ, ਇਹ ਮਸਜਿਦਾਂ ਜਿਵੇਂ ਅੱਲਾਹ ਦਾ ਜਾਪ ਹੋ ਰਿਹਾ, ਸਾਰਾ ਕੁਝ ਖਤਮ ਹੋ ਜਾਂਦਾ। ਮਤਲਬ ਇਹ ਵੈਰ ਵਿਰੋਧ, ਇਹ ਚੋਰੀਆਂ ਡਾਕੇ, ਇੱਕ ਦੂਜੇ ਦੇ ਲਪੜੇ, ਇਹ ਦੰਗੇ ਫਸਾਦ ਖਤਮ ਹੋ ਜਾਂਦੇ। ਪਰ ਲੇਕਿਨ ਵਧੀ ਕਿਉਂ ਜਾਂਦਾ? ਵਧੀ ਇਸ ਕਰਕੇ ਜਾਂਦਾ ਕਿ ਮੈਂ ਬਸ ਉੱਥੇ ਬੈਠ ਗਿਆ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕਰਕੇ ਮੈਂ ਆ ਜਾਣਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਜਿਵੇਂ ਧਰਮ ਦੇ ਵਿੱਚ ਅਸੀਂ ਅਡੰਬਰਾਂ ਦੇ ਵਿੱਚ ਪੈ ਰਹੇ ਹਾਂ ਉਵੇਂ ਉਵੇਂ ਹੀ ਸਮਾਜ ਜਿਹੜਾ ਸਾਡਾ ਗਲਤ ਪਾਸੇ ਵੱਧਦਾ ਜਾ ਰਿਹਾ। ਅਸੀਂ ਰਟਨ ਨੂੰ ਭਗਤੀ ਸਮਝ ਲਿਆ, ਅਸੀਂ ਰਟਨ ਨੂੰ ਭਗਤੀ ਸਮਝ ਲਿਆ ਵੀ ਰੱਟਾ ਲਾ ਲਿਆ ਨਾ, 5 ਬਾਣੀਆਂ ਰਟ ਗਈਆਂ ਨਾ, ਤੇ ਕਈ ਬੰਦੇ ਕਹਿੰਦੇ ਸੀ ਇਹਨਾਂ ਨੂੰ ਅੱਧੀਆਂ ਬਾਣੀਆਂ ਯਾਦ ਆ ਮੂੰਹ ਜ਼ਬਾਨੀ, ਤੇ ਕੀ ਪ੍ਰਾਪਤੀ ਹੈ? ਤੇ ਗੱਲ ਇਹ ਹੈ ਵੀ ਤੋਤੇ ਨੂੰ ਯਾਦ ਕਰਾ ਦੇ ਜੀ। ਬਿਲਕੁਲ, ਉਹ ਤੋਤਾ ਵੀ ਕਰ ਲੂਗਾ। ਮਤਲਬ ਤੋਤੇ ਨੂੰ ਜੇ ਕਹਿੰਦੇ ਨੇ ਸਾਰੀਆਂ ਬਾਣੀਆਂ ਯਾਦ ਕਰ ਲੈ। ਔਰ ਇਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ ਕਿ ਤੋਤਾ ਵੀ ਜੜੀ ਬਾਣੀ ਬੋਲ ਲੈਂਦਾ, ਉਹਨੂੰ ਜੋ ਸਿਖਾ ਦੇਵੋਗੇ ਉਹ ਸਿੱਖ ਲੂਗਾ। ਬਹੁਤ ਸਾਰੇ ਮੈਂ ਇਹਨਾਂ ਨੂੰ ਜੋ ਮਰਜ਼ੀ ਸਿਖਾ ਦੇ ਉਹ ਪਾਠ ਕਰਨ ਲੱਗ ਜੂਗੀ, ਪਰ ਉਹਦਾ ਕੋਈ ਅਸਰ ਹੋਊਗਾ। ਸੋ ਇਹ ਜਿਹੜੇ ਸਾਰੇ ਤੋਤੇ ਨੇ ਨਾ ਧਾਰਮਿਕ, ਇਹ ਤੁਹਾਨੂੰ ਕੁਝ ਨਹੀਂ ਦੇਣ ਵਾਲੇ ਜੀ। ਇਹਨਾਂ ਦੇ ਚੱਕਰਾਂ 'ਚ ਨਾ ਪਾਓ। ਔਰ ਰੱਬ ਕਿਤੇ ਦੂਰ ਨਹੀਂ ਵਸਦਾ। ਯਾਤਰਾ ਜਿਹੜੀ ਹੈ ਉਹ ਬਾਹਰ ਨੂੰ ਨਾ ਕਰੋ, ਇਹ ਅੰਦਰ ਨੂੰ ਹੋਣੀ ਚਾਹੀਦੀ ਹੈ, ਔਰ ਆਪਣੇ ਮਨ ਦੇ ਅੰਦਰ ਦੀ ਹੋਣੀ ਚਾਹੀਦੀ ਹੈ।
ਔਰ ਤੁਸੀਂ ਜਿੰਨੀ ਆਪਣੇ ਅੰਦਰੋਂ ਖੋਜ ਸਕਦੇ ਹੋ, ਹੂੰ ਇਹ ਬਾਹਰੋਂ ਨਹੀਂ ਲੱਭਣਾ ਹੂੰ ਕਿਉਂਕਿ ਇਹ ਅੰਦਰ ਹੀ ਹੈ। ਅੰਦਰ ਹੀ ਹੈ। ਔਰ ਇਹ ਯਾਤਰਾ ਜਿਹੜੀ ਹੈ ਥੋੜੀ ਜਿਹੀ ਔਖੀ ਹੈ, ਪਰ ਜੇਕਰ ਅਸੀਂ ਕਰਨੀ ਚਾਹੀਏ ਤਾਂ ਅਸੀਂ ਜ਼ਰੂਰ ਉਹਦੇ ਤੱਕ ਪਹੁੰਚ ਸਕਦੇ ਹਾਂ। ਇਹ ਤੁਹਾਨੂੰ ਸਿਖਾਉਣਗੇ ਤਾਂ ਸਹੀ ਵੀ ਐਂ ਕਰੋ ਯਾਤਰਾ, ਹੂੰ ਪਰ ਇਹ ਖੁਦ ਨਹੀਂ ਕੀਤੀ ਇਹਨਾਂ ਨੇ। ਸੋ ਇਹਨਾਂ ਤੋਂ ਵੀ ਜਿਹੜਾ ਸਾਡੇ ਦਰਸ਼ਕਾਂ ਨੂੰ ਜਿਹੜਾ ਹੈ ਹਮੇਸ਼ਾ ਅਲਰਟ ਹੋਣਾ ਚਾਹੀਦਾ ਹੈ। ਬਿਲਕੁਲ। ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਇੰਨੀਆਂ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।